ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਤੂੰ ਚਾਉ ਸੱਜਣ ਮੈਂਡਿਆ, ਡੇਈ ਸਿਸ ਉਤਾਰ। ਨੈਣ ਮਹਿੰਜੇ ਤਰਸ ਦੇ, ਤਦ ਪਸੀ ਦੀਦਾਰ। ਤੇਰਾ ਅੰਤ ਨ ਜਾਈ ਲਖਿਆ, ਅਕਥ ਨ ਜਾਈ ਹਰ ਕਥਿਆ। ਨਾਨਕ ਜਿਨ ਕਉ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ, ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ, ਗੁਰ ਬਾਣੀ ਕਹੈ, ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਸਤਿਨਾਮ ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਕੀਰਤ ਕੀਰਤ ਦੀ ਸੰਗੀ, ਕੋਈ ਰਹੀ ਹੈਰਾਨ। ਹਉ ਹਉ ਭਰਤੀ ਮੈਂ ਹੋਈ, ਸ਼ਬਦ ਰਵੈ ਮਨ ਗਿਆਨ। ਧੀਰਤ ਧੀਰਤ ਦੀ ਸੰਗੀ, ਹੋਈ ਰਹੀ ਹੈਰਾਨ। ਹਉ ਹਉ ਭਰਤੀ ਮੈਂ ਹੋਈ, ਸ਼ਬਦ ਰਵੈ ਮਨ ਗਿਆਨ। ਹਾਰ ਕੰਕਣ ਘਣੇ, ਕਰ ਥਾਪੀ ਸੀਗਾਰ। ਦਿਲ ਪ੍ਰੀਤਮ ਸੁਖ ਪਾਇਆ, ਸਗਲ ਗੁਣਾ ਕਾਲਹਾਰ। ਨਾਨਕ ਗੁਰਮੁਖ ਪਾਈਐ, ਪਾਰਸ ਪ੍ਰੀਤ ਪਿਆਰ। ਹਾਰ ਬਿਨ ਕਿਨ ਸੁਖ ਪਾਇਆ, ਦੇਖੋ ਮਨ ਵਿਚਾਰ। ਹਾਰ ਪੜਨਾ ਹਾਰ ਬੁਝਣ, ਹਾਰ ਸਿਉ ਰੱਖੋ ਪਿਆਰ। ਹਾਰ ਜਪੀਐ ਹਾਰ ਧਿਆਈਐ, ਹਾਰ ਕਾ ਨਾਮ ਆਧਾਰ। ਹਾਰ ਪੜਨਾ ਹਾਰ ਬੁਝਣ, ਹਾਰ ਸਿਉ ਰੱਖੋ ਪਿਆਰ। ਹਾਰ ਜਪੀਐ ਹਾਰ ਧਿਆਈਐ, ਹਾਰ ਕਾ ਨਾਮ ਆਧਾਰ।
ਸਰਬ ਕਲਾ ਭਰਪੂਰ, ਪਤਿਤ ਪਾਵਨ, ਭਗਤ ਵਸ਼ਲ, ਅੰਤਰਜਾਮੀ, ਦੀਨ ਦਇਆਲ, ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਸ਼ਬਦ ਗੁਰੂ, ਬਾਣੀ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਹੈ। ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ ਨੂੰ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਫਲ ਸਾਰ, ਧੰਨ ਸੋ ਦਿਨ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਲੜੀਵਾਰ ਰੂਪ ਵਿੱਚ ਦੱਖਣੀ ਓਅੰਕਾਰ ਬਾਣੀ ਦੁਆਰਾ ਜਗਤ ਗੁਰੂ ਪਹਿਲੇ ਪਾਤਸ਼ਾਹ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਅੱਜ ਦਾ ਉਪਦੇਸ਼ 937 ਅੰਗ ਤੇ ਇਸ ਪਵਿੱਤਰ ਬਾਣੀ ਦੀ 51 ਨੰਬਰ ਦੀ ਪੌੜੀ ਦੇ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਜਿਵੇਂ ਮਹਾਰਾਜ ਸਾਹਿਬ ਜੀ ਰਹਿਮਤ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਸਭ ਮਾਈ ਭਾਈ ਪ੍ਰੇਮ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਰਥ ਤੀਰਥ ਏ ਸਖੀ, ਹੇਰਤ ਨਾਮ ਹੈ ਵੇਖਣ ਦਾ। ਹੇਰਤ ਹੇਰਤ ਹੇ ਸਖੀ, ਹੇ ਸਖੀ ਹੇ ਸਹੇਲੀ, ਮੈਂ ਸੰਸਾਰ ਨੂੰ ਵੇਖਦਿਆਂ ਵੇਖਦਿਆਂ ਇਸੇ ਤਰ੍ਹਾਂ ਧਰਮ ਗ੍ਰੰਥਾਂ ਨੂੰ ਹੇਰਤ ਹੇਰਤ, ਵੇਦਾਂ ਸ਼ਾਸਤਰਾਂ ਨੂੰ ਪੜ੍ਹਦਿਆਂ ਘੋਖਦਿਆਂ ਵੇਖਦਿਆਂ ਵੇਖਦਿਆਂ ਔਰ ਸੰਸਾਰ ਦੀ ਹਾਲਤ ਨੂੰ ਹੇਰਤ ਹੇਰਤ ਵੇਖਦਿਆਂ ਵੇਖਦਿਆਂ ਹੇ ਸਖੀਏ ਹੇ ਸਹੇਲੀਏ ਹੋਈ ਰਹੀ ਹੈਰਾਨ, ਹੈਰਾਨ ਹੋ ਰਹੀ ਹਾਂ। ਹੈਰਾਨੀ ਹੋ ਰਹੀ ਹੈ ਕਿ ਸੰਸਾਰ ਦੀ ਕੈਸੀ ਹਾਲਤ ਹੈ। ਇਸ ਸੰਸਾਰ ਦੇ ਵਿੱਚ ਜੀਵ ਆਇਆ ਤਾਂ ਸਿਮਰਨ ਭਜਨ ਕਰਨ ਵਾਸਤੇ ਹੈ, ਔਰ ਗਿਣਤੀ ਦੇ ਸਵਾਸ ਮਿਲੇ ਹੋਏ ਹਨ ਤੇ ਸਭ ਕੁਝ ਛੱਡ ਛਡਾ ਕਰਕੇ ਫਿਰ ਇੱਥੋਂ ਜਾ ਰਿਹਾ ਹੈ। ਪਹਿਲੇ ਜਾ ਰਹੇ ਹਨ ਤੇ ਅਗਲੇ ਜੀਵ ਉਹ ਆਪਣੇ ਆਪ ਨੂੰ ਸੱਚਾ ਮੰਨ ਕੇ ਬੈਠੇ। ਇਸ ਤਰ੍ਹਾਂ ਦੀ ਸੰਸਾਰ ਦੀ ਹਾਲਤ ਵੇਖ ਕਰਕੇ ਵੇਖ ਵੇਖ ਕੇ ਹੈਰਾਨ ਹੋ ਰਹੀ ਹਾਂ। ਇੱਕ ਚਾਲੇ ਇੱਕ ਚਾਲ ਸਹਿ ਸਭ ਆਪਣੀ ਵਾਰ, ਆਪਣੀ ਆਪਣੀ ਵਾਰੀ ਦੇ ਨਾਲ ਜੀਵ ਸੰਸਾਰ ਤੋਂ ਜਾ ਰਹੇ ਹਨ। ਔਰ ਸਾਰੇ ਧਰਮ ਗ੍ਰੰਥ ਇਹ ਗੱਲ ਕਹਿ ਰਹੇ ਆ ਵੀ ਗਿਣਤੀ ਦੇ ਸਵਾਸ ਮਿਲੇ ਆ, ਮਨੁੱਖਾ ਜਨਮ ਮਿਲਿਆ ਹੈ, ਸਮਾਂ ਆਪਣਾ ਸਫਲ ਕਰੋ, ਸਿਮਰਨ ਭਜਨ ਕਰਕੇ ਪ੍ਰਭੂ ਦੀ ਬੰਦਗੀ ਕਰਕੇ
हम आदमी हाँ एकदमी मोहलत मोहत ना जाना। नानक बिनवै तिसै सरेवह जाके जी पुराना। अंधे जीवना विचार देख केते के दिना। हे अज्ञानी अंधे जीव अपने जीवन की विचार कर। वेख किन्ने क दिन हन तेरे पास। हर जपदियां खिन ढिल ना कीजई मेरी जिंदड़ीए। मत के जापै साहु आवै के ना आवै राम। मता पता नहीं है अगला साह आना है कि नहीं आना है। इस तरह की हालत है जीव की, पानी दे बुलबुले वर्गी। जैसे जलते बुदबुदा उपजै बिनसै नीत। जग रचना तैसे रची कहो नानक सुन मीत। संसार की रचना इस तरह की रची हुई है प्रभु ने। संसार है नासवान, जन्म बाद विच दिता है, मरना पहला लिखिया है। मरण लिखाए मंडल मह आए। मरना लिखा करके जीव संसार मंडल विच आए हुए हैं। धर्म ग्रंथ ये गल कह रहे हैं, गुरु साहब जी ये सिक्ख्या दे रहे हैं। पर संसार की हालत कैसी है? जीव हौमे दे विच हंगता ममता दे विच अपने मरने नूं भी भुले हुए हैं। ते जिस वाहिगुरू परमेश्वर ने जमना ते मरना बनाया है उसनूं भी भुले हुए हैं। इस तरह की संसार की हालत जिहड़ी है आप हुदरी हौमे अंकार वाली, उसनूं वेख वेख के हे जग्यासु रूप सहेलिए, हे गुरमुख गुरसिख रूप सखिए सहेलिए, मैं वेख करके हैरान हो रही हाँ। हेरत हेरत हे सखी होए रही हैरान। हो रही हाँ हैरान। ये जीव वेख भी रहे अखां दे नाल, सुन भी रहे हन बाणी दे द्वारा कन्नां दे राही। ये संसार की हालत इस तरह की है। राम गयो रामन गयो जाको बहु परिवार। कहो नानक थिर कछ नहीं सुपने ज्यों संसार। ये थे श्री रामचंद्र जी आए, त्रेते युग दे अवतार भी चले गए। रावण आया, बहुत वड्डा हंकार मान करता सी। सोने दी लंका वाला, सोने दे किले वाला, ते समुंदर जिस दी खाई सी। लंका सा कोट समुंद सी खाई। ते रावण घर खबर ना पाई। जिहदा एडा वड्डा परिवार सी जाको बहु परिवार। 1 लाख पूत 1.25 लाख नाती। ते रावण घर दिया ना बाती। लंका गढ़ सोने का भया, मूर्ख रावण क्या ले गया। सर्व सोइन की लंका होती, रावण से अधिकाई। कहा भयो दर बांधे हाथी, खिन मह भई पराई। जिहदे दरवाजे अगे हाथी बजे हुंदे सी, हाथी झूलदे सी। समुंदर जी दी खाई सी, लंका वर्गा जिसदा किला सी। वो सर्व सोइन की लंका वाला भी इत्थे ना रहा। संसार की ऐसी हालत। ये धर्म ग्रंथां तो पढ़ ते सुन भी रहा है जी, पर फिर भी अपने आप नूं इत्थे सदा थिर मन्नी बैठा। ये संसार जा रहा है, बाकी जा रहे हैं, मैं थोड़ा जाना इत्थों। फिर हौमे करदा है, हंगता ममता करदा। तो महाराज साहब जी दे प्यारे शेख फरीद साहिब जी भी कहते हैं, फरीदा कित्थे तैंडे मापिया जिन्नी तू जणियो है। कहते तू बाकियां दी गल छड्ड, तू अपने बजुर्गां वल्ले ही वेख ला।
ਆਪਣੇ ਮਾਪਿਆਂ ਵੱਲੇ ਵੇਖ ਲਾ। ਜਿਸ ਕੁਲ ਦੇ ਵਿੱਚ ਤੂੰ ਪੈਦਾ ਹੋਇਆ ਹੈ, ਤੇਰੇ ਵੱਡੇ ਵਡੇਰੇ ਕਿੱਥੇ ਹਨ? ਦਾਦੇ ਪੜਦਾਦੇ ਉਹ ਚਲੇ ਗਏ ਨਾ ਇੱਥੋਂ, ਤੇਰੇ ਵਹਿੰਦਿਆਂ ਵਹਿੰਦਿਆਂ ਚਲੇ ਗਏ ਨਾ। ਇਹਨਾਂ ਅੱਖਾਂ ਨਾਲ ਵੇਖਦਿਆਂ ਕਿੰਨੀ ਸ੍ਰਿਸ਼ਟੀ ਚਲੇ ਗਈ, ਇੰਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ। ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਾਈ, ਕਿੰਨੀ ਸ੍ਰਿਸ਼ਟੀ ਇੱਥੋਂ ਕੂਚ ਕਰ ਗਈ ਚਲੇ ਗਈ। ਫਰੀਦਾ ਕਿੱਥੈ ਤੈਡੇ ਮਾਪਿਆਂ, ਜਿਨੀ ਤੂੰ ਜਾਣੇ ਹੋਏ ਤੈ ਪਾਸੋਂ ਓਏ ਲੱਦ ਗਏ, ਤੂੰ ਅਜੈ ਨਾ ਪਤੀਣ ਹੋਏ। ਤੇਰੇ ਪਾਸੋਂ ਚਲੇ ਗਏ, ਤੈਨੂੰ ਹਾਲੇ ਪਤੀਣ ਭਰੋਸਾ ਨਹੀਂ ਆਇਆ, ਤੂੰ ਹਾਲੇ ਵੀ ਭਤੀਜਿਆ ਨਹੀਂ। ਹੇ ਸਖੀਏ ਸਹੇਲੀਏ, ਸੰਸਾਰ ਦੀ ਇਸ ਤਰ੍ਹਾਂ ਦੀ ਹਉਮੈ ਵਾਲੀ ਹਾਲਤ ਵੇਖ ਕਰਕੇ ਹੈਰਾਨ ਹੋ ਰਹੀ ਹਾਂ ਕਿ ਇਨਸਾਨ ਦਾ ਸਰੀਰ ਹੈ ਤਾਂ ਕੱਚਾ, ਕੱਚੀ ਦੇਹ ਆ। ਗੁਰਬਾਣੀ 'ਚ ਇਹਨੂੰ ਕੱਚੀ ਦੇਹ ਆਖਿਆ, ਇਸ ਨੂੰ ਕੱਚਾ ਭਾਂਡਾ ਆਖਿਆ। ਵੇਖੋ ਕੋਈ ਭਾਂਡਾ ਨਾ, ਕਈਆਂ ਭਾਂਡਿਆਂ ਦੀ ਵੀ ਬੁਨਿਆਦ ਵਾ, ਕਈ ਸਦੀਆਂ ਤੀਕ ਰਹਿੰਦੇ। 100 ਸਾਲ ਦੀ ਇੱਕ ਸਦੀ ਹੁੰਦੀ ਹੈ। 8-8, 10-10, 15-15 ਸਦੀਆਂ ਤੀਕ ਵੀ ਭਾਂਡੇ ਰਹਿ ਜਾਂਦੇ, 15-15, 100 ਸਾਲ ਤੱਕ। ਆ 5-5, 7-700 ਸਾਲ ਦੇ ਭਾਂਡੇ ਤੇ ਹੁਣ ਵੇਖਣ ਨੂੰ ਮਿਲਦੇ। ਵੀ ਇੰਨੀਆਂ ਸਦੀਆਂ ਪਹਿਲਾਂ ਦੇ ਭਾਂਡੇ, ਕੋਈ ਲੋਹੇ ਦਾ ਭਾਂਡਾ, ਕੋਈ ਪਿੱਤਲ ਦਾ ਭਾਂਡਾ, ਕੋਈ ਤਾਂਬੇ ਦਾ ਭਾਂਡਾ। ਕਈਆਂ ਦੇ ਘਰਾਂ ਦੇ ਵਿੱਚ ਬਜ਼ੁਰਗਾਂ ਦੇ ਭਾਂਡੇ ਸਾਂਭ ਕੇ ਰੱਖੇ ਹੋਏ ਵੀ ਇਹ ਸਾਡੇ ਬਜ਼ੁਰਗਾਂ ਦੇ ਹੈ, ਪਿੱਤਲ ਤਾਂਬੇ ਦੇ ਭਾਂਡੇ। ਉਹਨਾਂ ਦੀ ਫਿਰ ਵੀ ਕੋਈ ਕੁਝ ਸਮਾਂ ਉਹ ਰਹਿੰਦੇ ਹਨ, ਕਿੰਨਾ ਲੰਮਾ ਸਮਾਂ ਰਹਿ ਜਾਂਦੇ। ਪਰ ਇਹ ਸਾਡਾ ਸਰੀਰ ਰੂਪੀ ਭਾਂਡਾ, ਇਹਨੂੰ ਤੇ ਕੱਚਾ ਭਾਂਡਾ ਆਖਿਆ। ਕੱਚੇ ਭਾਂਡੇ ਦੀ ਕੋਈ ਬੁਨਿਆਦ ਹੈ ਹੀ ਨਹੀਂ। ਕੱਚਾ ਘੜਾ, ਕੱਚਾ ਭਾਂਡਾ, ਉਹਨੇ ਟੁੱਟ ਹੀ ਜਾਣਾ, ਪਤਾ ਨਹੀਂ ਕਿਹੜੇ ਵੇਲੇ ਟੁੱਟ ਜਾਣਾ। ਇਸ ਕਰਕੇ ਗਰੀਬ ਨਵਾਜ਼ ਸਾਹਿਬ ਨੇ ਗੁਰਬਾਣੀ 'ਚ ਆਖਿਆ ਵੀ ਇਹ ਦੇਹ ਕੋਈ ਪੱਕੀ ਨਹੀਂ, ਐਵੇਂ ਹਉਮੈ ਹੀ ਚੁੱਕੀ ਫਿਰਦਾ, ਹੋਰ ਕੋ ਕੱਖ ਵੀ ਨਹੀਂ। ਮਾਣ ਹੀ ਕਰੀ ਜਾਂਦਾ। ਕਹਾ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੈ ਠਨਕਾ। ਕੋਈ ਪਤਾ ਹੀ ਨਹੀਂ ਲੱਗਦਾ ਹੈ ਵੀ ਕਿਹੜੇ ਵੇਲੇ ਭਾਂਡੇ ਨੇ ਟੁੱਟ ਜਾਣਾ। ਇੱਕ ਸਵਾਸ ਦੀ ਤੇ ਗੱਲ ਹੈ। ਆਦਮੀ ਇਹਨੂੰ ਆਖਿਆ ਵੀ ਆ ਰਿਹਾ ਦਮ, ਦਮ ਸਵਾਸ, ਤੇ ਇੱਕ ਦਮ ਦਾ ਹੀ ਪ੍ਰਾਹੁਣਾ ਹੈ, ਪਤਾ ਨਹੀਂ ਕਿਹੜਾ ਦਮ ਆਖਰੀ ਹੋਵੇ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਅੱਧੀ ਘੜੀ ਦੀ ਮੋਹਲਤ ਦਾ ਵੀ ਪਤਾ ਨਹੀਂ। ਕੋਈ ਦਾਅਵੇ ਨਾਲ ਤਾਂ ਨਹੀਂ ਨਾ ਕਹਿ ਸਕਦਾ, ਮੋਹਲਤ ਦਾ ਕੋਈ ਪਤਾ ਨਹੀਂ ਕਿਸੇ ਨੂੰ। ਸਿਰਫ ਮਾਣ ਹੀ ਆ, ਹੰਕਾਰ ਹੀ ਆ। ਪਰ ਗੁਰੂ ਸਾਹਿਬ ਕਹਿੰਦੇ ਅੱਧੀ ਘੜੀ ਦਾ ਵੀ ਤੈਨੂੰ ਪਤਾ ਨਹੀਂ ਵੀ ਅੱਧੀ ਘੜੀ ਨੂੰ ਕੀ ਵਾਪਰ ਜਾਣਾ। ਹਮ ਆਦਮੀ ਹਾਂ ਇੱਕ ਦਮੀ, ਇੱਕ ਦਮ ਦਾ ਹੀ ਪ੍ਰਾਹੁਣਾ ਹੈ। ਇੱਕ ਸਵਾਸ ਹੀ ਜਿਹੜਾ ਅੰਦਰੋਂ ਆ ਰਿਹਾ, ਪਤਾ ਨਹੀਂ ਵਾਪਸ ਗਰਾਸ ਬਣ ਕੇ ਅੰਦਰ ਜਾਣਾ ਕਿ ਨਹੀਂ ਜਾਣਾ। ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵਾ ਹੋ, ਜਾ ਕੇ ਜੀ ਪ੍ਰਾਣਾ। ਇਸ ਕਰਕੇ ਉਸ ਪਰਮੇਸ਼ਰ ਦਾ ਸਿਮਰਨ ਭਜਨ ਕਰ, ਜਿਨੇ ਇਸ ਸਰੀਰ ਵਿੱਚ ਪ੍ਰਾਣ ਪਾਏ ਆ, ਜਿਨੇ ਜਿੰਦ ਜਾਨ ਦਿੱਤੀ ਹੈ। ਹੇਰਤ ਹੇਰਤ ਹੇ ਸਖੀ, ਹੇ ਸਖੀਏ, ਸੰਸਾਰ ਦੀ ਐਸੀ ਹਾਲਤ ਵੇਖਦਿਆਂ ਵੇਖਦਿਆਂ ਹੋਏ ਰਹੀ ਹੈਰਾਨ। ਹੈਰਾਨ ਹੋ ਰਹੀ ਆ ਕਿ ਸੰਸਾਰ ਦੇ ਜੀਵ ਮੈਂ ਬਹੁਤ ਕਰਦੇ, ਮੇਰੀ ਮੇਰੀ ਬਹੁਤ ਕਰਦੇ। ਹਾਲੇ ਵੇਖਦੇ ਵੀ ਆ, ਸੁਣਦੇ ਵੀ ਆ, ਪੜ੍ਹਦੇ ਵੀ ਆ ਵੀ ਮੇਰੀ ਮੇਰੀ ਕਰਨ ਵਾਲੇ ਇੱਥੋਂ ਚਲੇ ਗਏ। ਮੇਰੀ ਮੇਰੀ ਕਹਿਰੋਂ ਕਰਤੇ ਦੁਰਜੋਧਨ ਸੇ ਭਾਈ, 12 ਜੋਜਨ ਸ਼ਤਰ ਚੱਲੇ ਥਾ, ਦੇਹੀ ਗਿਰਜ ਨਾ ਖਾਈ।
दुर्योधन की देही गिलजा ने भी ना खाधी, रुलदी रह गई। ऐसी हालत हो तां इस करके भगत जी समझाउंदे आ, जिवें भगत कबीर साहिब जी वो कहंदे एवें मान क्यों करी जाना, हंकार क्यों करी जाना। कबीर गर्भ ना कीजिए, चाम लपेटे हाड, हड्डां दे उत्ते चम लपेटिया होया इस देही दा हंकार ना कर। ये थोड़ियां जिहियां हड्डियां जिहियां वा इहदे विच, ते उन्हां हड्डियां दे उत्ते चम ही लपेटिया होया। इन्हां हड्डियां दा ते इस चम दा की गर्भ करदा है, की हंकार करदा है। कबीर गर्भ ना कीजिए, चाम लपेटे हाड, है वरी उपर छतर तार ते फुन धरनी गाड। ਜਿਹੜੇ ਵਧੀਆ ਨਸਲ ਦੇ ਘੋੜਿਆਂ ਤੇ ਸਵਾਰੀ ਕਰਨ ਵਾਲੇ ਸੀ, ਛਤਰਾਂ ਦੇ ਥੱਲੇ ਰਹਿਣ ਵਾਲੇ ਸਨ, ਤੇ ਫੁਨ ਧਰਨੀ ਗਾਡ, ਉਹ ਵੀ ਧਰਤੀ 'ਚ ਗੱਡੇ ਗਏ, ਉਹ ਵੀ ਦਫਨਾਏ ਗਏ। ਕਬੀਰ ਗਰਭ ਨਾ ਕੀਜੀਐ, ਉੱਚਾ ਦੇਖ ਆਵਾਸ, ਉੱਚੇ ਘਰ ਨੂੰ ਵੇਖ ਕਰਕੇ ਵੀ ਹੰਕਾਰ ਨਾ ਕਰਕੇ ਮੇਰਾ ਘਰ ਬੜਾ ਉੱਚਾ। ਆਜ ਕਾਲ ਭੋਏ ਲੇਟਣਾ, ਉੱਪਰ ਜਾਮੈ ਘਾਸ, ਅੱਜ ਜਾਂ ਕੱਲ ਨੂੰ ਭੋਂ ਤੇ ਲੇਟਣਾ ਪੈਣਾ, ਤੇ ਜਿੱਥੇ ਅੰਤਮ ਸੰਸਕਾਰ ਹੋਣਾ ਉੱਥੇ ਘਾਹ ਪੈਦਾ ਹੋ ਜਾਂਦਾ, ਘਾਹ। ਕਬੀਰ ਗਰਭ ਨਾ ਕੀਜੀਐ, ਰੰਕ ਨਾ ਹੱਸੀਐ ਕੋਏ, ਕੋਈ ਰੰਕ ਹੈ ਕੋਈ ਗਰੀਬ ਹੈ ਤੇ ਗਰੀਬ ਨੂੰ ਵੇਖ ਕਰਕੇ ਮਖੌਲ ਨਾ ਕਰ। ਅਜੋ ਸੋ ਨਾਉ ਸਮੁੰਦਰ ਮਹਿ, ਕਿਆ ਜਾਨੋ ਕਿਆ ਹੋਏ। ਹਾਲੇ ਤੇਰੇ ਜੀਵਨ ਦੀ ਬੇੜੀ ਕੰਢੇ ਨਹੀਂ ਲੱਗੀ, ਪਾਰ ਨਹੀਂ ਲੱਗੀ, ਹਾਲੇ ਨੌਕਾ ਵਿੱਚ ਹੀ ਆ। ਜੀਵਨ ਨੌਕਾ, ਜੀਵਨ ਦੀ ਬੇੜੀ, ਪਤਾ ਨਹੀਂ ਇਹਨੇ ਪਾਰ ਲੱਗਣਾ ਕਿ ਨਹੀਂ ਲੱਗਣਾ, ਪਤਾ ਨਹੀਂ ਇਹਨੇ ਵਿੱਚੇ ਘੁੰਮਣ ਘੇਰੀ ਦੇ ਡੁੱਬ ਜਾਣਾ। ਅਜੋ ਸੋ ਨਾਉ ਸਮੁੰਦਰ ਮਹਿ, ਕਿਆ ਜਾਨੋ ਕਿਆ ਹੋਏ। ਕੀ ਜਾਣੀਏ ਕੀ ਹੋਵੇਗਾ, ਕੀ ਵਾਪਰੇਗਾ। ਹੰਕਾਰ ਨਾ ਕਰ। ਕਬੀਰ ਗਰਭ ਨਾ ਕੀਜੀਐ, ਦੇਹੀ ਦੇਖ ਸੁਰੰਗ, ਸ੍ਰੇਸ਼ਟ ਰੰਗ ਵਾਲੀ ਸੋਹਣੇ ਰੰਗੀ ਦੇਹ ਆਪਣੀ ਵੇਖ ਕਰਕੇ ਇਹਦਾ ਹੰਕਾਰ ਨਾ ਕਰ। ਆਜ ਕਾਲ ਤਜ ਜਾਹੋਗੇ, ਜਿਉ ਕਾਂਚੁਰੀ ਭੁਯੰਗ। ਜਿਵੇਂ ਸੱਪ ਕੁੰਜ ਲਾ ਕੇ ਚਲੇ ਜਾਂਦਾ, ਇਸ ਤਰ੍ਹਾਂ ਬੰਦਿਆ ਤੂੰ ਕੁੰਜ ਲਾਉਣ ਦੀ ਤਰ੍ਹਾਂ ਇਹ ਦੇਹ ਰੂਪੀ ਕੁੰਜ ਨੂੰ ਲਾ ਕੇ ਵਿੱਚੋਂ ਤੇਰੀ ਜੀਵ ਆਤਮਾ ਨੇ ਚਲੇ ਜਾਣਾ। ਇਹ ਕਾਇਆ ਇੱਥੇ ਰਹਿ ਜਾਣੀ, ਹੰਸ ਨੇ ਉਡਾਰੀ ਮਾਰ ਜਾਣੀ ਜਦੋਂ ਦਿਨ ਪੁੱਗ ਗਏ। ਕਾਇਆ ਹੰਸ ਥੀਆ ਵੇ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ। ਜਿੱਦਣ ਦਿਨ ਪੂਰੇ ਹੋ ਗਏ ਤੇ ਇਸ ਕਾਇਆ ਦੇ ਨਾਲੋਂ ਜੀਵ ਆਤਮਾ ਦਾ ਹੰਸ ਦਾ ਵਿਛੋੜਾ ਪੈ ਜਾਣਾ। ਜਿਵੇਂ ਸੱਪ ਕੁੰਜ ਤਿਆਗ ਜਾਂਦਾ, ਇਸ ਤਰ੍ਹਾਂ ਦੇਹ ਨੂੰ ਤਿਆਗ ਕੇ ਚਲੇ ਜਾਵੇਗਾ। ਜਾ ਰਹੇ ਹਨ ਜੀਵ ਆਪੂਰੀਆਂ ਆਪਣੀ ਵਾਰੀ ਦੇ ਨਾਲ, ਤੇ ਜਾਣਾ ਹਰ ਇੱਕ ਨੇ ਸਰਪਰ ਹੈ, ਜ਼ਰੂਰ ਹੈ। ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹੋ ਭਿਆਣਾ। ਇਥੈ ਧੰਦਾ ਕੂੜਾ ਚਾਰ ਦਿਹਾ, ਆਗੇ ਸਰਪਰ ਜਾਣਾ। ਅਲਾਹਣੀਆਂ ਦੀ ਬਾਣੀ 'ਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ ਇੱਥੇ ਤੇ ਇਹ ਝੂਠਾ ਧੰਦਾ 4 ਕੁ ਦਿਨਾਂ ਦਾ ਹੈ, ਅੱਗੇ ਤਾਂ ਜਾਣਾ ਹੀ ਜਾਣਾ ਹੈ। ਕਈਆਂ ਨੇ ਯਤਨ ਵੀ ਕੀਤੇ ਵੀ ਨਾ ਹੀ ਜਾਇਆ ਜਾਵੇ ਅੱਗੇ, ਕੋਈ ਨਾ ਕੋਈ ਢੰਗ ਤਰੀਕਾ ਵਰਤ ਕੇ। ਰਾਜੇ ਪ੍ਰੀਸ਼ਤ ਨੇ ਵੀ ਵਰਤਿਆ ਸੀ। ਰਾਜਾ ਪ੍ਰੀਸ਼ਤ ਹੋਇਆ, ਉਹਨੇ ਗੰਗਾ ਦੀਆਂ ਲਹਿਰਾਂ ਦੇ ਵਿੱਚ ਸੀਸ ਮਹਿਲ ਬਣਾ ਲਿਆ। ਸੀਸ ਮਹਿਲ ਬਣਾ ਲਿਆ ਤੇ ਉਹਨੂੰ ਦੱਸਿਆ ਸੀ, ਲੰਮਾ ਇਤਿਹਾਸ ਹੈ ਉਹਦਾ, ਵੀ 7 ਦਿਨਾਂ ਦੇ ਵਿੱਚ ਤੇਰੀ ਮੌਤ ਹੋਣੀ ਹੈ। ਸੁਖਦੇਵ ਮੁਨੀ ਦੇ ਪਾਸੋਂ ਭਾਗਵਤ ਗੀਤਾ ਦਾ ਪਾਠ ਵਿੱਚ ਆਰੰਭ ਕਰਾ ਲਿਆ।
ਬੈਠ ਗਿਆ। ਆਲੇ ਦੁਆਲੇ ਪਹਿਰੇਦਾਰ ਲਾ ਦਿੱਤੇ, ਸੀਸ ਮਹਿਲ ਬਣਾਇਆ, ਕੀੜੀ ਆਉਂਦੀ ਵੀ ਦਿਸੇ। ਹੁਣ ਪਾਣੀ ਦੇ ਵਿੱਚ ਕੀੜੀ ਕਿੱਧਰੋਂ ਆ ਜਾਏ, ਪਰ ਫਿਰ ਵੀ ਪਾਣੀ ਦੇ ਵਿੱਚ ਵੀ ਚੜ ਜਾਂਦੀਆਂ ਕੀੜੀਆਂ, ਬੇੜੀ ਦੇ ਵਿੱਚ ਵੀ ਤਾਂ ਚੜੀਆਂ ਹੁੰਦੀਆਂ। ਉਹਨੇ ਸੀਸ ਮਹਿਲ ਬਣਾਇਆ, ਅੰਦਰ ਬਾਹਰ ਸਾਰੇ ਪਹਿਰੇਦਾਰ ਲਾਏ ਕਿ ਕੋਈ ਆ ਨਾ ਸਕੇ, ਮੌਤ ਨੂੰ ਰੋਕ ਦੇਣਾ, ਮਰਨਾ ਨਹੀਂ। ਜਦੋਂ 7ਵਾਂ ਦਿਨ ਆਇਆ ਨਾ, ਫੁੱਲਾਂ ਦਾ ਗੁਲਦਸਤਾ ਆਇਆ ਬਾਹਰੋਂ, ਜਿਸ ਵੇਲੇ ਉਹ ਭੇਟ ਕਰਨ ਲੱਗਾ ਤੇ ਮੱਥੇ ਨੂੰ ਛੁਹਾ ਕੇ, ਸੀਸ ਝੁਕਾ ਕਰਕੇ, ਆਮ ਹੀ ਹੈ ਨਾ ਕੋਈ ਚੀਜ਼ ਭੇਟ ਕਰੀਏ ਤੇ ਸਿਰ ਨੀਵਾਂ ਕਰਕੇ ਤੇ ਝੁਕਾ ਕੇ ਫਿਰ ਭੇਟ ਕੀਤੀ ਜਾਂਦੀ ਹੈ। ਜਦੋਂ ਰਾਜਾ ਪ੍ਰੀਸ਼ਦ ਫੁੱਲਾਂ ਦਾ ਗੁਲਦਸਤਾ ਭੇਟ ਕਰਨ ਲੱਗਾ, ਉਹ ਫੁੱਲਾਂ ਦੇ ਵਿੱਚੋਂ ਨਿੱਕਾ ਜਿਹਾ ਸੱਪ ਉਹਨੇ ਮੱਥੇ ਦੇ ਨਾਸਕਾਂ ਤੇ, ਕਈਆਂ ਨੇ ਗੁਰਮੁਖਾਂ ਨੇ ਲਿਖਿਆ, ਨੱਕ ਦੇ ਉੱਤੇ ਡੰਗ ਮਾਰਿਆ। ਬਸ ਉਹਦੇ ਨਾਲ ਹੀ ਮੌਤ ਹੋ ਗਈ ਰਾਜੇ ਪ੍ਰੀਸ਼ਦ ਦੀ। ਪਰ ਯਤਨ ਬੜਾ ਕੀਤਾ ਸੀ ਬਚਨ ਦਾ। ਸਹਿਸਕ੍ਰਿਤੀ ਸ਼ਲੋਕਾਂ 'ਚ ਮਹਾਰਾਜ ਸਾਹਿਬ ਨੇ ਉਹਦਾ ਹਾਲ ਬਿਆਨ ਕੀਤਾ, ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸਾ ਹੈ। ਬੜੇ ਯਤਨ ਕਰਦਾ ਸੀ ਰਾਜਾ ਪ੍ਰੀਸ਼ਦ। ਬਲ ਵਾਲੇ ਜਿਹੜੇ ਪਹਿਰੇਦਾਰ ਸੀ ਸੂਰਮੇ, ਉਹ 4 ਛਫੇਰੇ ਉਹਨੇ ਲਾਏ ਹੋਏ ਸੀ। ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸਾ, ਜਿਹਦੀ ਸੇਵਾ 'ਚ ਹਾਜ਼ਰ ਸੀ ਸੂਰਮੇ 4 ਛਫੇਰੇ। ਵਿਖਮ ਥਾਨ ਬਸੰਤੀ ਉੱਚਾ ਹੈ, ਤੇ ਕਠਨ ਥਾਂ ਦੇ ਵਿੱਚ, ਉੱਚੇ ਥਾਂ ਦੇ ਵਿੱਚ ਬੈਠਾ ਸੀ। ਨਹਿ ਸਿਮਰੰਤ ਮਰਣੰ ਕਦਾਂਚਾ ਹੈ, ਨਹੀਂ ਸੀ ਉਸ ਨੂੰ ਸਿਮਰਨ, ਨਹੀਂ ਸੀ ਉਸ ਨੂੰ ਚੇਤੇ ਕਿ ਮੈਂ ਕਦੇ ਮਰ ਵੀ ਹੁਣ ਜਾਵਾਂਗਾ। ਕਹਿੰਦਾ ਸੀ ਹੁਣ ਇੱਥੇ ਮੌਤ ਕਿੱਥੋਂ ਆਉਣੀ। ਨਹਿ ਸਿਮਰੰਤ ਮਰਣੰ ਕਦਾਂਚਾ ਹੈ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖ ਤੇ। ਮਹਾਰਾਜ ਕਹਿੰਦੇ ਜਦੋਂ ਭਗਵਾਨ ਪੁਰਖ ਦੀ ਆਗਿਆ ਹੋਈ ਨਾ, ਤੇ ਕੀੜੀ ਨੇ ਸਾਹ ਖਿੱਚ ਲਏ। ਭਾਵ ਨਿੱਕੀ ਜਿਹੀ ਕੀੜੀ ਜਿੱਡਾ ਹੀ ਉਹ ਸੱਪ ਸੀ, ਉਸਨੇ ਡੰਗ ਮਾਰਿਆ ਨੱਕ ਦੇ ਉੱਤੇ ਤੇ ਸਾਹ ਖਿੱਚ ਲਿਆ। ਪਰ ਆਗਿਆ ਪਿੱਛੇ ਭਗਵਾਨ ਦੀ ਹੋਈ, ਵਾਹਿਗੁਰੂ ਦੀ ਹੋਈ। ਬਹਾਨਾ ਉਹ ਜਿਹੜਾ ਮਰਜ਼ੀ ਅੱਗੇ ਬਣਾ ਦੇਵੇ, ਭਾਵੇਂ ਕੀੜੀ ਤੋਂ ਹੀ ਸਾਹ ਖਿਚਾ ਲਵੇ। ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖ ਤੇ। ਸਤਿਗੁਰੂ ਕਹਿੰਦੇ ਅੱਗੇ ਤਾਂ ਜ਼ਰੂਰ ਜਾਣਾ ਪੈਣਾ। ਜਿੰਨੇ ਮਰਜ਼ੀ ਕੋਈ ਯਤਨ ਕਰ ਲਵੇ, ਹੱਠ ਕਰ ਲਵੇ ਵੀ ਮੈਂ ਨਹੀਂ ਅੱਗੇ ਜਾਣਾ, ਸਤਿਗੁਰੂ ਕਹਿੰਦੇ ਨਹੀਂ ਭਾਈ, ਅੱਗੇ ਤੇ ਜਾਣਾ ਹੀ ਪੈਣਾ। ਇਸ ਗੱਲ ਨੂੰ ਚੇਤੇ ਰੱਖ, ਭੁਲਾ ਨਾ। ਇਸ ਗੱਲ ਨੂੰ ਚੇਤੇ ਰੱਖ ਕੇ ਪ੍ਰਭੂ ਦਾ ਸਿਮਰਨ ਕਰ। ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹੋ ਭਿਆਣਾ। ਇਥੈ ਧੰਦਾ ਕੂੜਾ 4 ਦਿਹਾ, ਆਗੈ ਸਰ ਪਰ ਜਾਣਾ। ਆਗੈ ਸਰ ਪਰ ਜਾਣਾ, ਜਿਉ ਮਹਿਮਾਨਾ। ਕਾਹੇ ਗਾਰਬ ਕੀਜੈ, ਇੱਥੇ ਤਾਂ ਮਹਿਮਾਨ ਦੀ ਤਰ੍ਹਾਂ ਆਇਆ ਹੈ ਬੰਦਿਆ, ਕਿਉਂ ਘਰ ਕਰਦਾ। ਇੱਥੇ ਤਾਂ ਰਿਸ਼ਤੇਦਾਰ ਦੀ ਤਰ੍ਹਾਂ ਆਇਆ, ਜਿਵੇਂ ਕੋਈ ਰਿਸ਼ਤੇਦਾਰ ਦੂਜੇ ਰਿਸ਼ਤੇਦਾਰ ਕੋਲੇ ਜਾਂਦਾ ਹੈ ਰਹਿਣ ਵਾਸਤੇ। 1 ਰਾਤ ਰਹਿੰਦਾ, 2 ਰਹਿੰਦਾ, ਵੱਧ ਤੋਂ ਵੱਧ 3-4 ਦਿਨ ਰਹਿ ਪਊਗਾ। ਅਖੀਰ ਤੇ ਆਪਣੇ ਘਰ ਨੂੰ ਮੁੜਨਾ ਹੀ ਪੈਂਦਾ। ਇੱਥੇ ਤਾਂ ਪ੍ਰਾਹੁਣਿਆਂ ਦੀ ਤਰ੍ਹਾਂ, ਮਹਿਮਾਨ ਦੀ ਤਰ੍ਹਾਂ ਆਇਆ। ਆਪਣੇ ਘਰ ਨੂੰ ਤੇ ਜਾਣਾ ਹੀ ਪੈਣਾ, ਵਾਪਸੀ ਤਾਂ ਹੋਣੀ ਹੈ। ਆਗੈ ਸਰ ਪਰ ਜਾਣਾ, ਜਿਉ ਮਹਿਮਾਨਾ। ਕਾਹੇ ਗਾਰਬ ਕੀਜੈ, ਜਿਤ ਸੇਵਿਐ ਦਰਗਹਿ ਸੁਖ ਪਾਈਐ। ਨਾਮ ਤਿਸੈ ਕਾ ਲੀਜੈ, ਆਗੈ ਹੁਕਮ ਨਾ ਚੱਲੈ ਮੂਲੇ। ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰਿਓ ਮੇਰੇ ਭਾਈ ਹੋ, ਸਭਨਾ ਇਹੋ ਭਿਆਣਾ। ਜਿਵੇਂ ਸੰਤ ਨਿਹਾਲ ਸਿੰਘ ਜੀ ਮਹਾਂਪੁਰਖ, ਸ੍ਰੀਮਾਨ ਸੰਤ ਬਾਬਾ ਖੁਦਾ ਸਿੰਘ ਜੀ ਦੇ ਅਸਥਾਨ ਤੇ ਰਹਿੰਦੇ ਰਹੇ ਹਨ ਲਾਹੌਰ ਦੇ ਵਿੱਚ। ਸੰਤ ਬਾਬਾ ਖੁਦਾ ਸਿੰਘ ਜੀ, ਸੰਤ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਂਪੁਰਖਾਂ ਦੇ ਸੇਵਕ ਸਨ। ਭਾਈ ਜਸਵੰਤ ਸਿੰਘ ਜੀ, ਜਿਨ੍ਹਾਂ ਦਾ ਪਹਿਲਾ ਨਾਮ ਸੀ, ਥਾਣੇਦਾਰ ਸੀ। ਉਹਨਾਂ ਨੇ ਥਾਣੇਦਾਰ ਦੀ ਨੌਕਰੀ ਕੀਤੀ ਸੀ ਭਾਈ ਜਸਵੰਤ ਸਿੰਘ ਜੀ ਨੇ।
ਮਹਾਂਪੁਰਖ ਸੰਤ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਕੇ ਐਸਾ ਰੰਗ ਲੱਗਾ। ਕਾਬਲ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ ਉਹਨਾਂ ਨੂੰ ਨਾਮ ਬਾਬਾ ਖੁਦਾ ਸਿੰਘ ਦਾ ਮਿਲਿਆ। ਬਾਬਾ ਖੁਦਾ ਸਿੰਘ ਦੇ ਅਸਥਾਨ ਤੇ ਲਾਹੌਰ ਦੇ ਵਿੱਚ ਸੰਤ ਨਿਹਾਲ ਸਿੰਘ ਜੀ ਹੋਏ। ਉਹਨਾਂ ਨੇ ਵੀ ਇਸ ਸੰਬੰਧ ਵਿੱਚ ਬੜਾ ਸੋਹਣਾ ਲਿਖਿਆ। ਉਹ ਸਮਝਾਉਂਦੇ ਹੋਏ ਇਹ ਸੰਸਾਰੀ ਇਨਸਾਨ ਨੂੰ ਇਹ ਗੱਲ ਕਹਿੰਦੇ ਹਨ ਕਿ ਬੰਦਿਆ ਤੂੰ ਉੱਠ ਕੇ ਨਾਮ ਨਹੀਂ ਜਪਦਾ, ਵੇਲਾ ਲੰਘੀ ਜਾਂਦਾ ਹੈ, ਅਖੀਰ ਨੂੰ ਤੂੰ ਪਛਤਾਵੇਂਗਾ। ਵੱਡੇ ਵੇਲੇ ਉੱਠ ਤੂੰ ਜਪੰਦਾ ਨਹੀਂ ਰੱਬ ਨਾਮ, ਵੇਲਾ ਛਲ ਜਾਸੀ ਅੰਤਕਾਲ ਪਛਤੀਸੈ ਤੂੰ। ਕਿਉਂਕਿ ਅੰਤਕਾਲ ਤਾਂ ਆਉਣਾ ਹੀ ਆਉਣਾ, ਫਿਰ ਅੰਤਕਾਲ ਅੰਤ ਵੇਲੇ ਤੂੰ ਪਛਤਾਵੇਂਗਾ। ਵੱਡੇ ਵੇਲੇ ਉੱਠ ਤੂੰ ਜਪੰਦਾ ਨਹੀਂ ਰੱਬ ਨਾਮ, ਵੇਲਾ ਛਲ ਜਾਸੀ ਅੰਤਕਾਲ ਪਛਤੀਸੈ ਤੂੰ। ਫਿਰ ਸੀ ਪਟੇਂਦੀ ਨਾਰ ਤੈਂਡੀ ਤੇ ਖਥੇਂਦੀ ਵਾਲ, ਹਾਏ ਹਾਏ ਹੋਸੀ ਭੌਂਦੂ ਕੱਬ ਲੱਗ ਜੀਸੈ ਤੂੰ। ਕਹਿੰਦੇ ਜਦੋਂ ਤੇਰੇ ਸਵਾਸ ਪੂਰੇ ਹੋ ਗਏ, ਤੇਰੀ ਮ੍ਰਿਤਕ ਕਾਇਆ ਦੇ ਲਾਗੇ ਤੇਰੀ ਪਤਨੀ ਫਿਰ ਰੋਂਦੀ ਧੋਂਦੀ ਫਿਰੇਗੀ, ਉੱਥੇ ਹਾਏ ਹਾਏ ਹੋਵੇਗੀ। ਇਹ ਬੇਸਮਝਾ ਕਿੰਨਾ ਕੁ ਚਿਰ ਤੂੰ ਜ਼ਿੰਦਗੀ ਜਿਉਵੇਂਗਾ, ਕਿਉਂ ਨਹੀਂ ਉਸ ਸਮੇਂ ਨੂੰ ਯਾਦ ਕਰਦਾ। ਫਿਰ ਸੀ ਪਟੇਂਦੀ ਨਾਰ ਤੈਂਡੀ ਤੇ ਖੁਤਹਿੰਦੀ ਵਾਲ, ਹਾਏ ਹਾਏ ਹੋਸੀ ਭੌਂਦੂ ਕੱਬ ਲੱਗ ਜੀਸੈ ਤੂੰ। ਥੀਸੀ ਵਿਰਲਾਪ ਤੈਂਡੇ ਸੱਥਰ ਦੇ ਆਸ ਪਾਸ, ਜਿੱਥੇ ਤੂੰ ਜ਼ਮੀਨ ਤੇ ਪਿਆ ਹੋਇਆ ਨਾ ਫਿਰ ਸੱਥਰ ਤੇ, ਉੱਥੇ ਵਿਰਲਾਪ ਹੋਵੇਗਾ ਤੇਰੇ ਸੰਬੰਧੀਆਂ ਵੱਲੋਂ। ਜਮੂਆ ਫੜੇ ਸੀ ਪ੍ਰੇਤ ਕਰਕੇ ਛਡੀਸੈਂ ਤੂੰ। ਤੇਰੇ ਸੂਖਮ ਸਰੀਰ ਨੂੰ ਜਮਦੂਤ ਫੜ ਲੈਣਗੇ ਤੇ ਪ੍ਰੇਤ ਕਰਕੇ ਤੈਨੂੰ ਛੱਡਿਆ ਜਾਵੇਗਾ, ਪ੍ਰੇਤ ਜੂਨੀ ਵਿੱਚ ਪਾਇਆ ਜਾਵੇਗਾ। ਜਮੂਆ ਫੜੇ ਸੀ ਪ੍ਰੇਤ ਕਰਕੇ ਛਡੀਸੈ ਤੂੰ। ਆਖੇ ਲੱਗ ਮੈਂਡੇ ਅਤੇ ਸੰਤਾਂ ਦੀ ਸਰਨ ਵੰਝ। ਕਹਿੰਦੇ ਮੇਰੇ ਆਖੇ ਲੱਗ ਤੇ ਸੰਤਾਂ ਦੀ ਬੰਦਗੀ ਕਰਨ ਵਾਲਿਆਂ ਦੀ ਸ਼ਰਨ ਵਿੱਚ ਜਾ। ਆਖੇ ਲੱਗ ਮੈਂਡੇ ਅਤੇ ਸੰਤਾਂ ਦੀ ਸਰਨ ਵੰਝ, ਓੜਕ ਦੇ ਵੇਲੇ ਸ਼ਰਮਿੰਦਾ ਨਹੀਂ ਥੀਸੈ ਤੂੰ। ਓੜਕ ਦੇ ਵੇਲੇ ਤੈਨੂੰ ਸ਼ਰਮਿੰਦਾ ਨਾ ਹੋਣਾ ਪਵੇ। ਓੜਕ ਕਹੀਏ ਅਖੀਰ ਦੇ ਵੇਲੇ, ਅਖੀਰ ਨੂੰ, ਅੰਤ ਨੂੰ ਤੈਨੂੰ ਸ਼ਰਮਿੰਦਾ ਨਾ ਹੋਣਾ ਪਵੇ। ਕਿਉਂਕਿ ਉਸ ਮੌਕੇ ਤੇ ਸ਼ਰਮਿੰਦਾ ਵੀ ਹੋਣਾ ਪੈਂਦਾ ਫਿਰ, ਤੇ ਪਛਤਾਉਣਾ ਵੀ ਪੈਂਦਾ। ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ। ਰੱਬ ਨੇ ਲੇਖਾ ਮੰਗਣਾ ਵੀ ਬੰਦਿਆ ਆਇਆ ਕਿਹੜੇ ਕੰਮ ਸੀ ਤੇ ਕਰਦਾ ਕਿਹੜੇ ਕੰਮ ਰਿਹਾ, ਤੈਨੂੰ ਭੇਜਿਆ ਕੀ ਕਰਨ ਵਾਸਤੇ ਸੀ ਤੇ ਤੂੰ ਕਰਦਾ ਕੀ ਰਿਹਾ। ਇਸ ਕਰਕੇ ਸਤਿਗੁਰੂ ਕਹਿੰਦੇ ਭਾਈ ਜਿੰਨਾ ਚਿਰ ਜੀਵਨ ਓਨਾ ਚਿਰ ਹੀ ਇਸ ਸਰੀਰ ਨਾਲ ਗੱਲਬਾਤ ਕਰਕੇ ਇਹਨੂੰ ਸਮਝਾ ਲਈਏ, ਇਸ ਮਨ ਨੂੰ ਸਮਝਾਈਏ, ਇਸ ਤਨ ਨੂੰ ਸਮਝਾਈਏ। ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਗਰੀਬ ਨਵਾਜ ਫਰਮਾਉਂਦੇ ਆ, ਜੋ ਜਗਿਆਸੂਆਂ ਦੀ ਆਪਸ ਦੇ ਵਿੱਚ ਜੋ ਗੱਲਬਾਤ ਹੈ ਇਸ ਸਿਲਸਿਲੇ ਦੁਆਰਾ ਉਪਦੇਸ਼ ਦੇ ਰਹੇ ਹਨ। ਇੱਕ ਸਖੀ ਦੂਸਰੀ ਸਖੀ ਦੇ ਨਾਲ ਗੱਲ ਕਰਦੀ ਹੋਈ, ਇੱਕ ਗੁਰਮੁਖ ਦੂਜੇ ਗੁਰਮੁਖ ਦੇ ਨਾਲ ਵਿਚਾਰ ਕਰਦਿਆਂ ਹੋਇਆਂ ਇਹ ਗੱਲ ਕਹਿ ਰਿਹਾ ਹੈ ਵੀ ਮੈਂ ਸੰਸਾਰ ਨੂੰ ਵੇਖ ਕੇ ਹੈਰਾਨ ਹੋ ਰਿਹਾ ਹਾਂ ਵੀ ਸੰਸਾਰ ਦੇ ਜੀਵ ਵਾਰੀ ਵਾਰੀ ਜਾ ਰਹੇ ਹਨ। ਇੱਕ ਜਾ ਰਹੇ ਆ, ਦੂਜੇ ਆਪਣੇ ਆਪ ਨੂੰ ਸਲਾਮਤ ਮੰਨ ਕੇ ਬੈਠੇ ਹੋਏ ਆ। ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਕੋਈ ਧੀਰਜ ਨਹੀਂ ਬੰਨ ਰਿਹਾ, ਆਪਣੀ ਆਪਣੀ ਵਾਰੀ ਨਾਲ ਜਾ ਰਹੇ ਆ।
अपने अखां नाल वेख रहे जीव, अपने हत्थीं अंतिम संस्कार कर रहे आ, सारा कुछ वेख रहे, पर फिर अपने आप नूं पक्का मन के बैठे हुए, फिर भी प्रभु बंदगी वाले नहीं जुड़ रहे हैं। हेरत हेरत हे सखी होए रही हैरान। हे सखीए सहेलिए, संसार की हालत वेख वेख के मैं हैरान हो रही हाँ। ये वेद शास्त्र भी दस रहे, धर्म ग्रंथ भी दस रहे भी जिन्ने जीव इत्थे वड्डे वड्डे आए सब चले गए। रहन न पावै सुर नर देवा, ऊठ सिधारे कर मुन जन सेवा। जीवत पेखे जिनी हर हर ध्याया, साध संग तिनी दर्शन पाया। बादशाह साह व्यापारी मरना, जो दिसै सो कल है खरना। कूड़ा मोहे लपट लपटाना, छोड़ चलिया तो फिर पछताना। ये ऐसी हैरानी हो रही आ कि जीव जो छड्ड के सब कुछ नूं जा रहा फिर पछताउंदा है। जिउंदियां ये मोह त्याग करके प्रभु का सिमरन करता नहीं है। जिउंदियां हंगता ममता दे विच फसिया होया है। इस तरह की हालत हो रही है कि वाहिगुरु परमेश्वर की बंदगी नहीं करता। ये हालत वेख करके हैरानी हो रही है। ये मन प्यारिया तू सदा सच संभाले, एहो कुटुंब तू जे देखदा, चलै नाही तेरा नाले। साथ तेरा चलै नाही, तिस नाल क्यों चित लाइए। ऐसा कम मूले ना कीचे, जित अंत पछोताइए। ऐसा कम मूले ना कीचे, जित अंत पछोताइए। सतगुरु का उपदेश सुन तू होवै तेरा नाले। कहे नानक मन प्यारे तू सदा सच संभाले। ये मना तेनू पछताउणा ना पवे अखीर नूं। ते इस तरह की हालत होए रही हैरान, वेख करके हैरान हो रही है कि वेद शास्त्र भी रोज उपदेश दे रहे हैं, पर जीव सुन सुना करके समझ नहीं रहे हैं। सृष्टि की ऐसी हालत हो रही है कि हौ हौ करती हुई सृष्टि ते मैं दे विच मर रही है। मैं मुई अथवा जो मेरी बुद्धि ये हौ हौ करती सी ना, वो हौ हौ करन वाली जिहड़ी हंगता सी ते मैं ममता सी, वो हुण जग्यासू बेनती करता है कि मेरे अंदरों हंगता ते ममता मर गई है। मैं मेरी मर गई है, हौ हौ करना मर गया है, मैं करना खत्म हो गया है। जदों शब्द दा रवै उचारण कीता गुरु के शब्द दा, उस मौके ते मन दे विच फिर ज्ञान पैदा होया। गुरु साहब जी ने ज्ञान दिता अपने शब्द दे राही। फिर इस शरीर की हालत भी दर्शाई भी ये शरीर भी नासवान है, पदार्थ भी नासवान है, संबंधी भी नासवान है। फिर गुरु के शब्द राही पता लगा कि नाम दे नाल जुड़ना है, बाणी नाल जुड़ना है, करता पुरख दा ध्यान धरना है। ये गुरु के शब्द दे राही समझ पाई। जदों शब्द का उचारण किया फिर मन विच ज्ञान पैदा होया। मन विच ज्ञान पैदा होया, गुरु के शब्द द्वारा ज्ञान की प्राप्ति हुई। फिर समझ पई ये तन भी नासवान है, धन भी नासवान है। मिथ्या तन धन कुटुंब सबाया, ये कुटुंब भी सारा नासवान है। मिथ्या हौमै ममता माया, जो हंगता ममता करते हाँ, हंकार करते हाँ, मैं मेरी करते भी झूठी है। जदों देह झूठी पदार्थ झूठा, फिर हंकार किहड़ा सच्चा? हंकार भी झूठा। मिथ्या हौमै ममता माया, मिथ्या राज जोबन धन माल, मिथ्या काम क्रोध विकराल, मिथ्या ये सारा कुछ ही मिथ्या महाराज कह रहे। मिथ्या रथ हस्ती असव वस्त्रा, मिथ्या रंग संग माया पेख हस्ता, मिथ्या ध्रोह मोह अभिमान, मिथ्या आपसी ऊपर करत गुमान। आस्थिर भगत साध की सरन, नानक जप जप जीवै हर के चरण।
ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਵੀ ਜੋ ਦ੍ਰਿਸ਼ਟੀ ਗੋਚਰ ਹੋ ਰਿਹਾ ਸਾਰਾ ਮਿਥਿਆ ਹੈ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ ਕੂੜ ਵੈਸਣਹਾਰ। ਜਦੋਂ ਗੁਰੂ ਕੇ ਸ਼ਬਦ ਦੇ ਨਾਲ ਜੁੜਨਾ ਕੀਤਾ, ਸ਼ਬਦ ਦਾ ਉਚਾਰਨ ਕੀਤਾ, ਮਨ ਗਿਆਨ, ਫਿਰ ਮਨ ਦੇ ਵਿੱਚ ਗਿਆਨ ਪੈਦਾ ਹੋਇਆ, ਫਿਰ ਅੰਦਰੋਂ ਹਉਮੈ ਤੇ ਮੈਂ ਮੇਰੀ ਮਰ ਗਈ, ਖਤਮ ਹੋ ਗਈ। ਹਾਰ ਦੂਰ ਕੰਕਣ ਘਣੇ, ਬੜੇ ਹਾਰ ਪਾਏ ਜੀਵ ਇਸਤਰੀ ਨੇ, ਇਸਤਰੀ ਨੇ ਹਾਰ ਸ਼ਿੰਗਾਰ ਕੀਤੇ, ਡੋਰਾਂ ਪਾਈਆਂ, ਕੰਕਨ ਨਾਮ ਹੈ ਕੜਿਆਂ ਦਾ, ਘਣੇ ਬਹੁਤੇ ਬਹੁਤੇ ਕੜੇ ਪਾਏ, ਡੋਰਾਂ ਪਾਈਆਂ, ਹਾਰ ਪਾਏ, ਇਹ ਸਾਰਾ ਸ਼ਿੰਗਾਰ ਕੀਤਾ। ਕਰ ਆਪੀ ਸ਼ਿੰਗਾਰ, ਇਹ ਸ਼ਿੰਗਾਰ ਕਰ ਕਰਕੇ ਥੱਕ ਗਈ ਜੀਵ ਇਸਤਰੀ। ਮਹਾਰਾਜ ਸਾਹਿਬ ਜੀ ਸੰਸਾਰੀ ਦ੍ਰਿਸ਼ਟਾਂਤ ਦੇ ਕਰਕੇ ਪਰਮਾਰਥ ਦਾ ਉਪਦੇਸ਼ ਬਖਸ਼ਿਸ਼ ਕਰਦੇ। ਇਸਤਰੀ ਦਾ ਕੀਤਾ ਹੋਇਆ ਹਾਰ ਸ਼ਿੰਗਾਰ ਤਾਂ ਸਫਲਾ ਹੈ ਜੇ ਪਤੀ ਦੀ ਪ੍ਰਸੰਨਤਾ ਹਾਸਲ ਹੈ, ਪਤੀ ਦਾ ਮਿਲਾਪ ਹਾਸਲ ਹੈ। ਪਤੀ ਤੋਂ ਬਿਨਾ ਹਾਰ ਸ਼ਿੰਗਾਰ ਲੇਖੇ ਵਿੱਚ ਨਹੀਂ, ਸਫਲ ਨਹੀਂ ਹੈ। ਇਸੇ ਤਰ੍ਹਾਂ ਜੀਵ ਰੂਪ ਹੈ ਇਸਤਰੀ, ਇਹਦੇ ਜਿੰਨੇ ਜਪ ਤਪ ਆਦਿਕ ਸਾਧਨ ਹਨ ਇਹ ਸ਼ਿੰਗਾਰ ਹਨ, ਸ਼ਿੰਗਾਰ। ਧਾਰਮਿਕ ਵਸਤਰ ਪਹਿਨਣੇ ਇਹ ਸ਼ਿੰਗਾਰ ਹੈ, ਬਾਕੀ ਸਾਰੇ ਸਾਧਨ ਕਰਨੇ ਸ਼ਿੰਗਾਰ ਹੈ। ਹਾਰ ਹਰ ਹਰ ਕਰਨਾ, ਰਸਨਾ ਤੋਂ ਉਚਾਰਨ ਕਰਨਾ, ਇਹ ਵੀ ਇੱਕ ਤਰ੍ਹਾਂ ਦਾ ਹਾਰ, ਇਹ ਸ਼ਿੰਗਾਰ ਹੈ। ਡੋਰ ਬਿਰਤੀ ਨੂੰ ਟਿਕਾਉਣਾ, ਕੰਕਨ ਘਣੇ, ਇਸੇ ਪ੍ਰਕਾਰ ਕਰਤਾ ਕਰਤਾ ਕਰਨ ਰੂਪੀ ਜੋ ਕੰਗਣ ਪਹਿਨਣੇ ਹਨ। ਕਰ ਥਾਕੇ ਸੀਗਾਰ, ਕਈ ਸਾਧਨ ਕਈ ਲਿਬਾਸ ਧਾਰਨ ਕੀਤੇ, ਧਰਮ ਦੇ ਕਈ ਸਾਧਨ ਕੀਤੇ, ਇਹ ਸ਼ਿੰਗਾਰ ਸੀ ਸਾਰੇ। ਇਹ ਸ਼ਿੰਗਾਰਾਂ ਨੂੰ ਕਰ ਕਰਕੇ ਜੀਵ ਰੂਪ ਇਸਤਰੀ ਥੱਕ ਗਈ। ਇਹ ਸ਼ਿੰਗਾਰ ਸਫਲੇ ਨਾ ਉਹਨਾਂ ਚਿਰ ਹੋਏ, ਕਿਉਂਕਿ ਜਿਹਦੇ ਵਾਸਤੇ ਸ਼ਿੰਗਾਰ ਕੀਤੇ ਸੀ ਉਹਦੀ ਪ੍ਰਾਪਤੀ ਨਹੀਂ ਹੋਈ, ਉਹਦਾ ਮਿਲਾਪ ਨਹੀਂ ਹੋਇਆ, ਉਹਦਾ ਦਰਸ਼ਨ ਨਹੀਂ ਹੋਇਆ। ਜੀਵ ਰੂਪ ਇਸਤਰੀ ਜਪ ਤਪ ਸਾਧਨ ਸ਼ਿੰਗਾਰ ਤਾਂ ਹੀ ਕਰਦੀ ਹੈ ਵੀ ਪਰਮਾਤਮਾ ਪਤੀ ਦਾ ਦਰਸ਼ਨ ਪ੍ਰਾਪਤ ਹੋ ਜਾਵੇ, ਪਰਮਾਤਮਾ ਪਤੀ ਦਾ ਮਿਲਾਪ ਹਾਸਲ ਹੋ ਜਾਵੇ। ਤੇ ਜੇ ਪਰਮਾਤਮਾ ਪਤੀ ਦਾ ਮਿਲਾਪ ਹੀ ਨਹੀਂ ਹੋਇਆ, ਦਰਸ਼ਨ ਹੀ ਨਹੀਂ ਹੋਇਆ, ਪਰਮਾਤਮਾ ਪਤੀ ਦੀ ਖੁਸ਼ੀ ਹਾਸਲ ਨਹੀਂ ਹੋਈ, ਤੇ ਹਾਰ ਸ਼ਿੰਗਾਰ ਕੀਤਾ ਕਿਸ ਅਰਥ ਹੈ। 16 ਕੀਏ ਸੀਗਾਰ ਕੀ ਅੰਜਨ ਪਾਜਿਆ। ਇਹ ਅਨੇਕ ਪ੍ਰਕਾਰ ਦੇ ਸ਼ਿੰਗਾਰ ਜਿਹੜੇ ਆ ਮਹਾਰਾਜ ਕਹਿੰਦੇ ਹਰ ਹਾਂ ਕੰਤੈ ਬਾਝ ਸੀਗਾਰ ਸਭ ਬਿਰਥਾ ਜਾਈਐ। ਕੰਤ ਦੀ ਪ੍ਰਾਪਤੀ ਤੋਂ ਬਿਨਾ ਹਾਰ ਸ਼ਿੰਗਾਰ ਸਾਰਾ ਵਿਅਰਥ ਹੈ, ਨਿਸਫਲ ਹੈ। ਇਹ ਧਾਰਮਿਕ ਲਿਬਾਸ, ਜਪ ਤਪ ਸਾਧਨ, ਸੇਵਾ ਪੂਜਾ ਦਾਨ ਪੁੰਨ, ਜਿੰਨੇ ਵੀ ਇਹ ਸ਼ਿੰਗਾਰ ਹਨ, ਇਹ ਉਨਾ ਚਿਰ ਨਿਸਫਲ ਜਿੰਨਾ ਚਿਰ ਪਰਮਾਤਮਾ ਪਤੀ ਦੀ ਪ੍ਰਾਪਤੀ ਨਹੀਂ ਹੋਈ। ਇਹ ਸ਼ਿੰਗਾਰ ਉਹਦੀ ਖੁਸ਼ੀ ਵਾਸਤੇ ਹੈ, ਪਰਮਾਤਮਾ ਦੀ ਖੁਸ਼ੀ ਵਾਸਤੇ। ਤਾਂ ਜਗਿਆਸੂ ਜੀਵ ਇਸਤਰੀ ਬੇਨਤੀ ਕਰਦੀ ਹੈ, ਕਰ ਥਾਕੀ ਸੀਗਾਰ, ਮੈਂ ਤਾਂ ਥੱਕ ਗਈ ਹਾਂ ਸ਼ਿੰਗਾਰ ਕਰਦੀ ਕਰਦੀ, ਸਾਧਨ ਕਰਦੀ ਕਰਦੀ। ਮੇਲਾ ਪ੍ਰੀਤਮ ਸੁਖ ਪਾਇਆ, ਪਰ ਜਦੋਂ ਪਿਆਰੇ ਪ੍ਰਭੂ ਪ੍ਰੀਤਮ ਦੇ ਨਾਲ ਮਿਲਾਪ ਹੋਇਆ ਤੇ ਮਿਲ ਕੇ ਪ੍ਰੀਤਮ ਨਾਲ ਫਿਰ ਸੁਖ ਪਾਇਆ, ਫਿਰ ਮਿਲਾਪ ਦਾ ਸੁਖ ਪ੍ਰਾਪਤ ਕੀਤਾ। ਪਰਮਾਤਮਾ ਪਤੀ ਦੇ ਮੇਲ ਦਾ ਸੁਖ ਮਿਲਿਆ, ਆਤਮਿਕ ਸੁਖ ਪ੍ਰਾਪਤ ਹੋਇਆ। ਸਗਲ ਗੁਣ ਗਲ ਹਾਰ, ਫਿਰ ਸਾਰੇ ਸ਼ੁਭ ਗੁਣ ਪ੍ਰਾਪਤ ਹੋ ਗਏ। ਇਹ ਸਾਰਿਆਂ ਸ਼ੁਭ ਗੁਣਾਂ ਦਾ ਫਿਰ ਗਲ ਵਿੱਚ ਹਾਰ ਪਾਇਆ। ਨਾਨਕ ਗੁਰਮੁਖ ਪਾਈਐ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਭਾਈ ਪਰਮਾਤਮਾ ਪਤੀ ਨੂੰ ਤਾਂ ਪਾਈਦਾ ਹੈ ਜੇ ਗੁਰਮੁਖ ਹੋਈਏ। ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈ ਕਰਕੇ ਮਨ ਦੀ ਮਰਜ਼ੀ ਛੱਡ ਕੇ ਗੁਰੂ ਕੀ ਆਗਿਆ ਵਿੱਚ ਚੱਲੀਏ
ਤੇ ਫਿਰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਗੁਰਮੁਖ ਪਾਈਐ। ਗੁਰੂ ਮੁਖ ਦੁਆਰਾ ਉਪਦੇਸ਼ ਲੈ ਕਰਕੇ ਵਾਹਿਗੁਰੂ ਪਰਮੇਸ਼ਰ ਜੀ ਦੀ ਪ੍ਰਾਪਤੀ ਹੁੰਦੀ ਹੈ, ਪਾ ਲਈਦਾ ਹੈ। ਹਰਿ ਪ੍ਰੀਤ ਪਿਆਰ, ਫਿਰ ਹਰੀ ਦੇ ਨਾਲ ਪ੍ਰੀਤ ਬਣਦੀ ਹੈ, ਉਸ ਪ੍ਰਮਾਤਮਾ ਦੇ ਨਾਲ ਪਿਆਰ ਬਣਦਾ ਹੈ। ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੀਤ ਬਣਦੀ ਹੈ ਤੇ ਪਿਆਰ ਬਣਦਾ ਹੈ। ਜਦੋਂ ਗੁਰੂ ਕੀ ਸ਼ਰਨ ਵਿੱਚ ਪਈਏ, ਗੁਰਮੁਖ ਹੋ ਜਾਈਏ, ਤਾਂ ਫਿਰ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤ ਅਤੇ ਉਹਦਾ ਪਿਆਰ ਪਾਈਦਾ ਹੈ। ਹਰਿ ਬਿਨ ਸੁਖ ਪਾਇਆ, ਜਿੰਨਾ ਚਿਰ ਉਸ ਹਰੀ ਪ੍ਰਮਾਤਮਾ ਪਤੀ ਦਾ ਮਿਲਾਪ ਹਾਸਲ ਨਹੀਂ ਹੋਇਆ, ਹਰੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਮਹਾਰਾਜ ਕਹਿੰਦੇ ਕਿਨ ਸੁਖ ਪਾਇਆ। ਕਿਸ ਨੇ ਭਾਈ ਸੁਖ ਪਾਇਆ? ਕੋਈ ਵੀ ਸੁੱਖ ਨਹੀਂ ਪਾ ਸਕਦਾ। ਭਾਵ ਕਿਸੇ ਨੂੰ ਵੀ ਸੁੱਖ ਨਹੀਂ ਉਹਨਾਂ ਚਿਰ ਮਿਲਿਆ ਜਿੰਨਾ ਚਿਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਹਰ ਬਿਨ ਹਰੀ ਤੋਂ ਬਿਨਾ, ਉਹਦੇ ਮਿਲਾਪ ਤੋਂ ਬਿਨਾ ਕਿਨ ਸੁਖ ਪਾਇਆ? ਕਿਸੇ ਨੇ ਵੀ ਸੁਖ ਨਹੀਂ ਪਾਇਆ। ਇਕ ਮਨ ਵਿਚਾਰ, ਵੇਖੋ ਭਾਈ, ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਜਿਸ ਨੂੰ ਵੀ ਸੁਖ ਮਿਲਿਆ ਵਾ, ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਾਲ ਹੀ ਸੁਖ ਮਿਲਿਆ ਹੈ, ਉਹਦੀ ਸ਼ਰਨ ਵਿੱਚ ਆਉਣ ਨਾਲ ਹੀ ਸੁਖ ਮਿਲਿਆ ਹੈ। ਇਸ ਕਰਕੇ ਨਾਵੇਂ ਪਾਤਸ਼ਾਹ ਜੀ ਵੀ ਫਰਮਾਉਂਦੇ ਨਾ ਸ਼ਲੋਕਾਂ ਦੇ ਅੰਦਰ, ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ। ਇਹ ਭਾਈ, ਜੇ ਤੂੰ ਸਦਾ ਦਾ ਸੁਖ ਚਾਹੁੰਦਾ ਹੈ, ਜੇ ਤੂੰ ਚਾਹੁੰਦਾ ਹੈ ਮੈਂ ਕਿ ਸਦਾ ਵਾਸਤੇ ਸੁਖੀ ਹੋ ਜਾਵਾਂ, ਫਿਰ ਸਰਬ ਵਿਆਪਕ ਜੋ ਰਾਮ ਹੈ ਨਾ, ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਵਿੱਚ ਆਉਣਾ ਕਰ, ਪ੍ਰਭੂ ਦੀ ਸ਼ਰਨ ਲੈਣਾ ਕਰ। ਕਿਉਂਕਿ ਉਸ ਦੀ ਸ਼ਰਨ ਤੋਂ ਬਿਨਾਂ, ਉਸ ਦੇ ਮਿਲਾਪ ਤੋਂ ਬਿਨਾਂ ਕਿਸੇ ਨੇ ਵੀ ਸੁਖ ਨਹੀਂ ਪਾਇਆ। ਆਪਣੇ ਮਨ ਵਿੱਚ ਵਿਚਾਰ ਕਰਕੇ ਚੰਗੀ ਤਰ੍ਹਾਂ ਵੇਖ ਲਓ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਣਕਾ ਸੀ ਉਦਰੀ ਤਾਕੋ ਜਾਸਿ ਔਰ ਧਾਰੋ। ਜੇ ਗਣਕਾ ਦਾ ਉਧਾਰ ਹੋਇਆ, ਗਾਨ ਸਮੂਹ ਦੇ ਨਾਲ ਸੰਬੰਧ ਰੱਖਣ ਵਾਲੀ, ਬਹੁਤ ਨੀਵੇਂ ਪੱਧਰ ਦਾ ਜੀਵਨ ਸੀ ਜਿਸ ਦਾ, ਤੇ ਮਹਾਂਪੁਰਖ ਦੀ ਸੰਗਤ ਹੋ ਗਈ, ਤੇ ਸਿਮਰਨ ਕਰਨ ਵਾਲਾ, ਰਾਮ ਰਾਮ ਜਪਣ ਵਾਲਾ ਤੋਤਾ ਉਹ ਗਣਕਾ ਨੂੰ ਦੇ ਦਿੱਤਾ ਤੇ ਆਖਿਆ ਇਸ ਨੂੰ ਰਾਮ ਰਾਮ ਜਪਾਈ। ਰੋਜ਼ ਸਵੇਰੇ ਇਸ਼ਨਾਨ ਕਰਕੇ ਰਾਮ ਰਾਮ ਜਪਾਇਆ ਕਰ। ਤੇ ਰੋਜ਼ ਫਿਰ ਇਸ਼ਨਾਨ ਕਰਕੇ ਰਾਮ ਰਾਮ ਜਪਾਉਣ ਲੱਗ ਪਈ ਉਸ ਤੋਤੇ ਨੂੰ, ਇੱਕ ਪੰਛੀ ਨੂੰ। ਉਹਨੂੰ ਕੀ ਜਪਾਉਣਾ ਸੀ? ਉਹ ਤੇ ਮਹਾਂਪੁਰਖ ਨੇ ਇੱਕ ਜੁਗਤੀ, ਇੱਕ ਤਰੀਕਾ ਘੜਿਆ ਵੀ ਇਹਦਾ ਭਲਾ ਹੋ ਜਾਵੇ। ਉਹ ਤਾਂ ਪਹਿਲਾਂ ਵੀ ਜਪਦਾ ਹੀ ਸੀ, ਸੰਤਾਂ ਕੋਲੇ ਵੀ ਜਪਦਾ ਸੀ, ਉਹ ਤਾਂ ਪੰਛੀ ਤਾਂ ਰਾਮ ਰਾਮ। ਉਹਦਾ ਤੇ ਇੱਕ ਜਰੀਆ, ਇੱਕ ਤਰੀਕਾ, ਤੇ ਉਹਦੇ ਬਹਾਨੇ ਨਾਲ ਇਹਦੇ ਮੁਖ ਤੋਂ ਵੀ ਰਾਮ ਰਾਮ ਨਿਕਲ ਜਾਵੇ। ਤੇ ਪਰਮੇਸ਼ਰ ਦਾ ਨਾਮ ਕੋਈ ਕਿਸੇ ਬਹਾਨੇ ਨਾਲ ਵੀ ਜਪ ਲਵੇ ਨਾ, ਕੋਈ ਪ੍ਰੇਮ ਨਾਲ ਜਪ ਲਵੇ, ਕਿਸੇ ਬਹਾਨੇ ਨਾਲ ਜਪ ਲਵੇ, ਜਪਿਆ ਹੋਇਆ ਨਿਸਫਲ ਨਹੀਂ ਜਾਂਦਾ, ਭਲਾ ਕਰਦਾ। ਅਜਾਮਲ ਦਾ ਵੀ ਇਸੇ ਸ਼ਬਦ ਵਿੱਚ ਅਖੀਰ ਤੇ ਜ਼ਿਕਰ ਆਉਂਦਾ ਵਾ, ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਇਸ ਸ਼ਬਦ ਦੇ ਵਿੱਚ ਹੀ ਅਜਾਮਲ ਦਾ ਵੀ ਜ਼ਿਕਰ ਆਉਂਦਾ। ਤੇ ਅਜਾਮਲ ਨੂੰ ਨਾਮ ਜਪਾਇਆ ਸੀ ਸੰਤਾਂ ਨੇ ਉਹਦੇ ਪੁੱਤਰ ਦੇ ਬਹਾਨੇ ਨਾਲ। ਸਤਵਾਂ ਪੁੱਤਰ ਜਦੋਂ ਅਜਾਮਲ ਦੇ ਘਰ ਵਿੱਚ ਹੋਣ ਵਾਲਾ ਸੀ, ਹਾਲੇ ਮਹਾਂਪੁਰਖ ਆਏ ਉੱਚੀ ਬਿਰਤੀ ਵਾਲੇ, ਉਹਨਾਂ ਆਖਿਆ ਜਿਹੜਾ ਤੇਰੇ ਘਰੇ ਹੁਣ ਸਤਵਾਂ ਬੱਚਾ ਪੈਦਾ ਹੋਣਾ ਨਾ, ਇਹਦਾ ਨਾਮ ਤੂੰ ਨਰਾਇਣ ਰੱਖੀ। ਨਰਾਇਣ ਪਹਿਲਾਂ ਹੀ ਰਖਾ ਦਿੱਤਾ ਸੀ, ਬੱਚਾ ਹਾਲੇ ਹੋਇਆ ਨਹੀਂ ਸੀ, ਨਾਮ ਨਰਾਇਣ ਪਹਿਲਾਂ ਹੀ ਰਖਾ ਦਿੱਤਾ ਸੰਤਾਂ ਨੇ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਵਿੱਚ ਜ਼ਿਕਰ ਹੈ। ਤੇ ਫਿਰ ਉਸ ਆਪਣੇ ਛੋਟੇ ਪੁੱਤਰ, ਸਤਵੇਂ ਪੁੱਤਰ ਦੇ ਨਰਾਇਣ ਨਾਮ ਨੂੰ, ਉਹ ਆਵਾਜ਼ਾਂ ਤੇ ਪੁੱਤਰ ਨੂੰ ਮਾਰਦਾ ਹੈ, ਨਰਾਇਣ ਨਰਾਇਣ ਕਹਿੰਦਾ ਹੈ, ਤੇ ਨਾਰਾਇਣ ਨਾਰਾਇਣ ਕਹਿੰਦਾ ਕਹਿੰਦਾ ਉਹ ਸੁਰਤੀ ਉੱਚੀ ਹੋ ਗਈ ਤੇ ਪਰਮੇਸ਼ਰ ਦੇ ਨਾਲ ਜੁੜ ਗਈ। ਨਰਾਇਣ ਜਪਣ ਲੱਗ ਪਿਆ ਵੀ ਨਰਾਇਣ ਪਰਮਾਤਮਾ ਦਾ ਨਾਮ। ਤੇ ਉਸ ਮੌਕੇ ਦੇ ਉੱਤੇ ਫਿਰ ਭਲਾ ਹੋ ਗਿਆ, ਜਮਦੂਤਾਂ ਤੋਂ ਬਚ ਗਿਆ, ਦੇਵਗਣ ਲੈਣ ਵਾਸਤੇ ਆਏ।
ਇਹ ਗਣਕਾ ਨੇ ਇੱਕ ਪੰਛੀ ਦੇ ਬਹਾਨੇ ਨਾਲ ਰਾਮ ਰਾਮ ਜਪਿਆ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਇਆਲ ਹੋਏ ਹੱਥੋਂ ਤਿਸਨੂੰ ਦਿੱਤੋ ਸਤੋਤਾ। ਤੇ ਉਹ ਤੋਤੇ ਨੂੰ ਰਾਮ ਰਾਮ ਜਪਾਉਂਦੇ ਤੇ ਮਨ ਪਵਿੱਤਰ ਹੋ ਗਿਆ, ਸਾਰੇ ਔਗਣ ਪਾਪ ਛੱਡ ਦਿੱਤੇ। ਤੇ ਜਦੋਂ ਮਨ ਪਵਿੱਤਰ ਹੋ ਗਿਆ ਤੇ ਫਿਰ ਬੈਕੁੰਠ ਧਾਮ ਨੂੰ ਚਲੇ ਗਈ, ਆਪਣਾ ਜੀਵਨ ਪੂਰਾ ਕਰਕੇ ਗਈ। ਬੈਕੁੰਠ ਬਿਬਾਨ ਚੜ ਨਰਕਾਂ ਵਿੱਚ ਨਾ ਖਾਧੋ ਸਗੋਤਾ, ਨਰਕਾਂ ਵਿੱਚ ਗੋਤੇ ਖਾਣੇ ਸੀ ਨਹੀਂ ਤੇ, ਪਰ ਉਹ ਰਾਮ ਰਾਮ ਜਪਿਆ ਤੇ ਨਰਕਾਂ ਚੋਂ ਬਚ ਗਈ ਤੇ ਕਲਿਆਣ ਨੂੰ ਪ੍ਰਾਪਤ ਹੋ ਗਈ। ਤੋ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਐਸੀ ਉਹ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਦਾ ਸੁਖ ਹੈ, ਐਸਾ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਸੁਖ ਹੈ, ਉਹਦੇ ਨਾਮ ਦਾ ਸੁਖ ਹੈ। ਹਰ ਬਿਨ ਕਿਨ ਸੁਖ ਪਾਇਆ, ਦੇਖੋ ਮਨ ਵਿਚਾਰ, ਮਨ ਵਿੱਚ ਵਿਚਾਰ ਕਰਕੇ ਵੇਖੋ। ਪਰਮਾਤਮਾ ਪਰਮੇਸ਼ਰ ਦੀ ਸ਼ਰਨ ਲੈਣ ਤੋਂ ਬਿਨਾ ਕਿਸ ਨੇ ਸੁਖ ਪਾਇਆ? ਸ਼ਰਨ ਤੋਂ ਬਿਨਾ ਕਿਸੇ ਨੂੰ ਸੁਖ ਨਹੀਂ ਮਿਲਿਆ। ਜਿਸ ਨੂੰ ਸੁਖ ਮਿਲਿਆ, ਜਿਹਦੇ ਪਾਪ ਕੱਟੇ ਗਏ, ਔਗਣ ਕੱਟੇ ਗਏ, ਗੁਨਾਹ ਕੱਟੇ ਗਏ, ਉਦੋਂ ਹੀ ਕੱਟੇ ਗਏ ਜਦੋਂ ਪਰਮੇਸ਼ਰ ਦੀ ਸ਼ਰਨ ਵਿੱਚ ਆਇਆ ਤੇ ਉਹਦੇ ਨਾਮ ਨੂੰ ਜਪਿਆ। ਨਾਮ ਕੋਈ ਕਿਸੇ ਬਹਾਨੇ ਨਾਲ ਵੀ ਜਪ ਲਵੇ, ਕਿਸੇ ਤਰੀਕੇ ਨਾਲ ਜਪ ਲਵੇ। ਉਹ ਪੰਛੀ ਦੀ ਸੰਗਤ ਕਰਕੇ ਜਪਿਆ। ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ, ਗਣਕਾ ਉਦਰੇ ਹਰ ਕਹੈ ਤੋਤ। ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖੀ ਹੋਈ ਆ। ਗਣਕਾ ਉਦਰੇ ਹਰ ਕਹੈ ਤੋਤ। ਇਹ ਗਣਕਾ ਉਦਰ ਗਏ, ਪਰਮੇਸ਼ਰ ਨੂੰ, ਹਰੀ ਨੂੰ ਜਪਿਆ ਤੋਤੇ ਦੀ ਸੰਗਤ ਦੇ ਨਾਲ, ਇੱਕ ਪੰਛੀ ਦੀ ਸੰਗਤ ਦੇ ਨਾਲ। ਕਈ ਲੋਕ ਕਹਿੰਦੇ ਵਾਰ-ਵਾਰ ਵਾਹਿਗੁਰੂ ਵਾਹਿਗੁਰੂ ਕਹਿਣਾ, ਵਾਰ-ਵਾਰ ਨਾਮ ਜਪਣਾ, ਕਹਿੰਦੇ ਇਹ ਤਾਂ ਤੋਤਾ ਰਟਵਾ। ਕਹਿੰਦਾ ਇਹ ਤੇ ਕਹਿੰਦੇ ਤੋਤੇ ਵਾਂਗੂ ਰਟਣਾ ਹੈ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕਿਸੇ ਨੇ ਤੋਤੇ ਦੀ ਸੰਗਤ ਕਰਕੇ ਵੀ ਜਪਿਆ ਤੇ ਉਹਦਾ ਵੀ ਭਲਾ ਹੋ ਗਿਆ। ਤੁਸੀਂ ਭਾਵੇਂ ਤੋਤਾ ਰਾਟ ਆਖੀ ਜਾਓ, ਭਾਵੇਂ ਹੋਰ ਕੁਝ ਆਖੀ ਜਾਓ, ਪਰ ਜੇ ਕਿਸੇ ਨੇ ਤੋਤੇ ਦੀ ਸੰਗਤ ਕਰਕੇ ਵੀ ਜਪ ਲਿਆ ਨਾ, ਤੋਤਾ ਜਿਵੇਂ ਰਟਦਾ ਉਹਦੇ ਮਗਰ ਮਗਰ ਵੀ ਰਟਨ ਕੀਤਾ, ਤੇ ਗਣਕਾ ਉਦਰੀ ਹਰ ਕਹੈ ਤੋਤ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਲਿਖਿਆ ਹੋਇਆ, ਉਹਦਾ ਉਧਾਰ ਹੋ ਗਿਆ। ਭਗਤ ਕਬੀਰ ਸਾਹਿਬ ਕਹਿੰਦੇ ਵੀ ਕੋਈ ਸੁਪਨੇ ਵਿੱਚ ਕਿਤੇ ਬਰੜਾ ਕੇ ਵੀ ਆਖ ਦਵੇ ਨਾ, ਭੁੱਲ ਭੁਲੇਖੇ ਬਰੜਾ ਕੇ, ਲੋਕੀ ਬਰੜਾਉਂਦੇ ਆ ਸੁੱਤੇ ਪਏ, ਜਿੱਧਰ ਕਿਸੇ ਦਾ ਧਿਆਨ ਜੁੜਿਆ ਹੁੰਦਾ, ਕਈ ਸੁੱਤੇ ਪਏ ਖੇਡੀ ਜਾਂਦੇ ਆ, ਕਈ ਸੁੱਤੇ ਪਏ ਚੌਕੇ ਛਿੱਕੇ ਵੀ ਲਾਈ ਜਾਂਦੇ ਆ। ਉਹ ਦਿਨੇ ਖੇਡਦੇ ਰਹਿੰਦੇ ਨਾ, ਤੇ ਸੁੱਤੇ ਪਏ ਵੀ ਚੌਕੇ ਛਿੱਕੇ ਲਾਈ ਜਾਣਗੇ। ਕੋਈ ਸੁੱਤਾ ਪਿਆ ਹੱਸੀ ਜਾਂਦਾ, ਕੋਈ ਸੁੱਤਾ ਪਿਆ ਰੋਈ ਜਾਂਦਾ। ਤੇ ਭਗਤ ਕਬੀਰ ਸਾਹਿਬ ਕਹਿੰਦੇ ਕੋਈ ਸੁੱਤਾ ਪਿਆ ਕਿਤੇ ਸੁਪਨੇ 'ਚ ਬਰੜਾ ਕੇ ਆਖ ਦੇਵੇ ਨਾ ਰਾਮ ਵਾਹਿਗੁਰੂ, ਪਰਮੇਸ਼ਰ ਦੇ ਅਨੇਕਾਂ ਨਾਮ ਆ, ਕੋਈ ਨਾਮ ਵੀ ਲੈ ਲਵੇ, ਤੇ ਭਗਤ ਜੀ ਕਹਿੰਦੇ ਉਹ ਪਵਿੱਤਰ ਹੋ ਜਾਂਦਾ। ਕਹਿੰਦੇ ਉਹ ਇੰਨਾ ਮਹਾਨ ਵਾ, ਮੇਰੇ ਤਨ ਦੇ ਚੰਮ ਦੀ ਜੁੱਤੀ ਬਣੇ ਤੇ ਉਹਦੇ ਪੈਰੀ ਪੈ ਜਾਵੇ ਜਿਹੜਾ ਸੁਪਨੇ 'ਚ ਬਰੜਾ ਕੇ ਪਰਮੇਸ਼ਰ ਦਾ ਨਾਮ ਕਿਤੇ ਲੈ ਲੈਂਦਾ, ਸੁੱਤਾ ਪਿਆ ਹੀ ਕਿਤੇ ਲੈ ਲੈਂਦਾ। ਕਬੀਰ ਸੁਪਨੇ ਹੂੰ ਬਰੜਾਏ ਕੈ, ਜਿਹੇ ਮੁਖ ਨਿਕਸੈ ਰਾਮ, ਤਾਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮ। ਮੇਰੇ ਤਨ ਦੇ ਜੰਮ ਦੀ ਜੁੱਤੀ ਬਣੇ ਤੇ ਉਸ ਪ੍ਰਭੂ ਦੇ ਪਿਆਰੇ ਦੇ ਚਰਨੀ ਪੈ ਜਾਵੇ ਜਿਹੜਾ ਸੁੱਤੇ ਪਿਆ ਕਿਤੇ ਪਰਮੇਸ਼ਰ ਦਾ ਨਾਮ ਲੈਂਦਾ, ਪ੍ਰਭੂ ਦੀ ਅਰਾਧਨਾ ਕਰਦਾ। ਇਹ ਸੁਖ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਮਿਲਦਾ ਜਿਹੜੇ ਪਰਮੇਸ਼ਰ ਦੀ ਸ਼ਰਨ ਲੈਂਦੇ ਆ। ਵਾਹਿਗੁਰੂ ਦੀ ਸ਼ਰਨ ਤੋਂ ਬਿਨਾ ਕਿਸੇ ਨੂੰ ਸੁਖ ਨਹੀਂ। ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜਿਹ ਸਿਮਰਤ ਗਣਕਾ ਸੀ ਉਦਰੀ, ਤਾਕੋ ਜਾਸਿਓਰ ਧਾਰੋ। ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਦੁਖ ਹਰਤਾ ਹੈ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ। ਜਬ ਹੀ ਸਰਨ ਗਹੀ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੋ ਰਾਮ ਕਹਿਤ ਬੰਧਨ ਤਿਹ ਟੂਟਾ। ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੀ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰਹਿ ਪਾਰਾ। ਇਹ ਭਾਈ ਤੂੰ ਵੀ ਚੇਤੇ ਕਰਿਆ ਕਰ, ਤੇਰੀਆਂ ਚਿੰਤਾ ਵੀ ਦੂਰ ਹੋ ਜਾਣਗੀਆਂ ਤੇ ਤੇਰਾ ਵੀ ਭਲਾ ਹੋ ਜਾਵੇਗਾ, ਪਾਰ ਉਤਰ ਜਾਵੇਗਾ। ਹਾਰ ਪੜਨਾ ਹਾਰ ਬੁੱਝਣਾ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਮਝਾਉਂਦੇ ਆ,
ਨਰਮਦਾ ਨਦੀ ਦੇ ਕੰਢੇ ਤੇ ਮੰਦਰ ਦੇ ਵਿੱਚ ਪੰਡਤ ਨੂੰ ਉਪਦੇਸ਼ ਦਿੰਦਿਆਂ ਹੋਇਆਂ ਸਾਨੂੰ ਸਾਰੇ ਸੰਸਾਰ ਦੇ ਜੀਵਾਂ ਨੂੰ ਦੱਸ ਰਹੇ ਆ ਕਿ ਭਾਈ ਪੜ੍ਹਨਾ ਕੀ ਚਾਹੀਦਾ ਤੇ ਸਮਝਣਾ ਕੀ ਚਾਹੀਦਾ। ਹਰ ਪੜ੍ਹਨਾ, ਮਹਾਰਾਜ ਕਹਿੰਦੇ ਹਰੀ ਨੂੰ ਪੜ੍ਹਨਾ ਕਰੋ ਭਾਈ, ਪਰਮੇਸ਼ਰ ਨੂੰ ਪੜ੍ਹਨਾ ਕਰੋ। ਹਰ ਬੁੱਝਣਾ, ਹਰੀ ਪਰਮੇਸ਼ਰ ਨੂੰ ਹੀ ਬੁੱਝਣਾ ਕਰੋ, ਸਮਝਣਾ ਕਰੋ। ਉਹ ਵਾਹਿਗੁਰੂ ਪਰਮੇਸ਼ਰ ਨੂੰ ਪੜ੍ਹੋ, ਉਹਦੇ ਨਾਮ ਨੂੰ ਪੜ੍ਹਨਾ ਕਰੋ, ਉਹਦੇ ਨਾਮ ਨੂੰ ਹੀ ਬੁੱਝਣਾ ਕਰੋ। ਉਹ ਹਸ ਹਰੀ ਪਰਮੇਸ਼ਰ ਨੂੰ ਪੜ੍ਹੋ ਤੇ ਉਸ ਦੇ ਤਾਂ ਹੀ ਸਮਝਣਾ ਕਰੋ। ਤੇ ਹਰੀ ਪਰਮੇਸ਼ਰ ਦੇ ਨਾਲ ਪਿਆਰ ਰੱਖਣਾ ਕਰੋ, ਪਿਆਰ ਪਾਓ ਪ੍ਰਭੂ ਦੇ ਨਾਲ। ਬੁੱਝੋ ਉਸ ਵਾਹਿਗੁਰੂ ਜੀ ਨੂੰ। ਆਪਣੇ ਆਪ ਨਹੀਂ ਬੁੱਝਿਆ ਜਾਣਾ, ਆਪਣੇ ਆਪ ਨਹੀਂ ਸਮਝਿਆ ਜਾਣਾ। ਬੁੱਝਣ ਵਾਸਤੇ ਗੁਰੂ ਸਾਹਿਬ ਜੀ ਦੇ ਚਰਨ ਸ਼ਰਨ ਵਿੱਚ ਆਉਣਾ ਪੈਣਾ। ਸਤਿਗੁਰੂ ਬੁਝਾਉਂਦੇ ਆ, ਸਤਿਗੁਰੂ ਸਮਝਾਉਂਦੇ ਆ। ਗੁਰੂ ਦੀ ਲੋੜ ਹੈ ਪਰਮੇਸ਼ਰ ਨੂੰ ਬੁੱਝਣ ਵਾਸਤੇ, ਸਮਝਣ ਵਾਸਤੇ। ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੇ। ਇਸੇ ਕਰਕੇ ਆਖਿਆ ਗੁਰ ਬਿਨ ਘੋਰੇ ਅੰਧਾਰ, ਗੁਰੂ ਬਿਨ ਸਮਝਣਾ ਆਵੇ। ਜੇ ਸਮਝਣਾ ਤੇ ਗੁਰੂ ਤੋਂ ਬਿਨਾਂ ਨਹੀਂ ਸਮਝਿਆ ਜਾਣਾ, ਗੁਰੂ ਸਾਹਿਬ ਦੀ ਸ਼ਰਨ ਵਿੱਚ ਆ ਕੇ ਸਮਝਿਆ ਜਾਣਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਕਰਤਾਰ ਸਮਝਾਉਣ ਵਾਸਤੇ ਸੰਸਾਰ ਨੂੰ ਸਾਰੇ ਪਾਸੇ ਵਿਚਰ ਕਰਕੇ ਉਪਦੇਸ਼ ਦਿੱਤਾ ਕਿ ਭਾਈ ਕਰਤਾਰ ਨੂੰ ਸਮਝੋ। ਸਮਝਾਇਆ ਗੁਰੂ ਸਾਹਿਬ ਜੀ ਨੇ। ਇਸ ਕਰਕੇ ਹਰੀ ਨੂੰ ਪੜ੍ਹਨਾ ਕਰੋ, ਹਰੀ ਨੂੰ ਬੁੱਝਣਾ ਕਰੋ। ਹਰ ਪੜ੍ਹ, ਹਰ ਲਿਖ, ਹਰ ਜਪ, ਹਰ ਗਾਓ, ਹਰ ਭੌਜਲ ਪਾਰ ਉਤਾਰੀ, ਹਰ ਸਿਓ ਰੱਖੋ ਪਿਆਰ। ਹਰੀ ਦੇ ਨਾਲ ਪਿਆਰ ਰੱਖੋ। ਹਰ ਜਪੀਐ ਹਰ ਧਿਆਈਐ, ਰਸਨਾ ਨਾਲ ਵੀ ਹਰੀ ਦਾ ਜਪ ਕਰੀਏ, ਹਿਰਦੇ ਦੇ ਨਾਲ ਵੀ ਹਰੀ ਦਾ ਧਿਆਨ ਕਰੀਏ, ਹਰੀ ਪਰਮੇਸ਼ਰ ਨੂੰ ਧਿਆਉਣਾ ਕਰੀਏ ਜੋ ਹਰ ਥਾਂ ਤੇ ਵਸਣ ਵਾਲਾ, ਹਰੇਕ ਨੂੰ ਹਰੇ ਭਰੇ ਕਰਨ ਵਾਲਾ, ਦੁੱਖਾਂ ਦਾ ਹਾਰਕ ਹੈ। ਹਰ ਕਾ ਨਾਮ ਆਧਾਰ, ਤੇ ਹਰੀ ਦੇ ਨਾਮ ਦਾ ਹੀ ਭਾਈ ਆਧਾਰ, ਆਸਰਾ ਬਣਾਉਣਾ ਕਰੀਏ, ਆਸਰਾ ਲਈਏ। ਪ੍ਰਭੂ ਦੇ ਨਾਮ ਦਾ ਆਸਰਾ ਲਈਏ। ਜਦੋਂ ਨਾਮ ਦਾ ਆਸਰਾ ਮਿਲ ਗਿਆ ਫਿਰ ਮਹਾਰਾਜ ਕਹਿੰਦੇ ਐ ਤ੍ਰਿਪਤੀ ਆ ਜਾਵੇਗੀ, ਰੱਜ ਪ੍ਰਾਪਤ ਹੋ ਜਾਵੇਗਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆ, ਕਹੈ ਨਾਨਕ ਸੁਣੋ ਸੰਤਹੁ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਹਰੀ ਪਰਮੇਸ਼ਰ ਦੇ ਨਾਮ ਦਾ ਹੀ ਆਧਾਰ, ਆਸਰਾ ਲਓ ਭਾਈ। ਤੋ ਗਰੀਬ ਨਵਾਜ ਕਹਿੰਦੇ ਵਾਹਿਗੁਰੂ ਨੂੰ ਪੜ੍ਹੋ, ਵਾਹਿਗੁਰੂ ਨੂੰ ਸਮਝੋ, ਵਾਹਿਗੁਰੂ ਜੀ ਦੇ ਨਾਲ ਪਿਆਰ ਰੱਖੋ, ਵਾਹਿਗੁਰੂ ਜੀ ਨੂੰ ਰਸਨਾ ਤੋਂ ਜਪੋ, ਵਾਹਿਗੁਰੂ ਜੀ ਨੂੰ ਹਿਰਦਿਓਂ ਧਿਆਓ, ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਲਓ ਭਾਈ ਆਪਣੇ ਜੀਵਨ ਵਿੱਚ। ਫਿਰ ਇਹ ਜੀਵਨ ਸੰਪੂਰਨ ਹੋ ਜਾਵੇਗਾ, ਸਫਲਾ ਹੋ ਜਾਵੇਗਾ। ਜਿਸ ਮਕਸਦ ਵਾਸਤੇ ਮਨੁੱਖਾ ਦੇਹ ਪ੍ਰਾਪਤ ਹੋਈ ਫਿਰ ਉਹ ਮਕਸਦ ਪੂਰਾ ਹੋਵੇਗਾ। ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ, ਗੁਰ ਸੰਗਤ ਜੀ ਖਿਮਾ ਦੇਣੀ। ਆਪ ਜੀ ਦੀ ਸੇਵਾ ਦੇ ਵਿੱਚ ਅਦਬ ਸਹਿਤ ਬੇਨਤੀ ਹੈ, ਕੱਲ ਨੂੰ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ। ਜਿੱਥੇ ਅੰਮ੍ਰਿਤ ਵੇਲੇ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਹਨ। ਹਰ ਸੰਗਰਾਂਦ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ ਅੰਮ੍ਰਿਤ ਬਾਣੀ ਦੀ ਕਥਾ ਗੁਰੂ ਦੀਆਂ ਸੰਗਤਾਂ ਨੂੰ ਸਰਵਣ ਕਰਵਾਉਂਦੇ ਹਨ। ਸੰਗਰਾਂਦ ਤੇ ਅਮਾਵਸ ਦੇ ਦਿਹਾੜੇ ਤੇ ਐਤਵਾਰ ਵਾਲੇ ਦਿਨ। ਤੋ ਕੱਲ ਨੂੰ ਅੰਮ੍ਰਿਤ ਵੇਲੇ ਗੁਰੂ ਦੀਆਂ ਸੰਗਤਾਂ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਜਗਤ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸੰਗਰਾਂਦ ਦੇ ਦਿਹਾੜੇ ਤੇ ਕੱਲ ਦੇ ਸ਼ਾਮ ਦੇ ਵਿਸ਼ੇਸ਼ ਦੀਵਾਨ ਗੁਰਦੁਆਰਾ ਸ੍ਰੀ ਹੱਟ ਸਾਹਿਬ ਹਨ। ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ 10 ਵਜੇ ਤੀਕ ਦੀਵਾਨ ਸਜਣਗੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਵਿਖੇ, ਜਿਸ ਵਿੱਚ ਵਿਸ਼ੇਸ਼ ਕਰਕੇ ਭਾਈ ਮਹਿਤਾਬ ਸਿੰਘ ਜੀ ਜਲੰਧਰ ਵਾਲੇ ਕੀਰਤਨੀਏ ਪਹੁੰਚ ਰਹੇ ਹਨ।
ਤੋ ਗੁਰੂ ਕੀਆਂ ਸੰਗਤਾਂ ਨੂੰ ਅੰਮ੍ਰਿਤ ਬਾਣੀ ਦੇ ਕੀਰਤਨ ਦੇ ਨਾਲ ਜੋੜਨਗੇ। ਔਰ ਇਸ ਤਰ੍ਹਾਂ ਕਥਾ ਕੀਰਤਨ ਦਾ ਪ੍ਰਵਾਹ ਗੁਰਦੁਆਰਾ ਸ੍ਰੀ ਹੱਟ ਸਾਹਿਬ ਵਿਖੇ ਸਾਧ ਸੰਗਤ ਜੀ ਕੱਲ ਸ਼ਾਮ ਨੂੰ ਚੱਲੇਗਾ। ਗੁਰੂ ਕੇ ਲੰਗਰ ਵੀ ਅਟੁੱਟ ਵਰਤਣਗੇ। ਸੰਗਤਾਂ ਨੇ ਪਰਿਵਾਰਾਂ ਸਮੇਤ ਉੱਥੇ ਵੀ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ। ਔਰ ਪਰਸੋਂ ਨੂੰ 15 ਤਰੀਕ ਨੂੰ ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਹੈ ਸਾਧ ਸੰਗਤ 15 ਤਰੀਕ ਨੂੰ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ। ਤੋ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਹਰ ਪੜਨਾ ਹਰ ਬੁਝਣਾ ਹਰ ਸਿਉ ਰੱਖੋ ਪਿਆਰ, ਹਰ ਬਿਨ ਹਰ ਧਿਆਈਐ ਹਰ ਕਾ ਨਾਮ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।